ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਬੀਕਾਮ ਭਾਗ ਤੀਸਰਾ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਪੰਜਾਬੀ ਲਾਜ਼ਮੀ ਦੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਲੋਕਧਾਰਾ ਦੀ ਭੂਮਿਕਾ, ਜਿਸ ਦੇ ਵਿੱਚ ਪੰਜਾਬੀ ਲੋਕਧਾਰਾ ਬਾਰੇ ਨਿਬੰਧਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਇਸ ਪਾਠ ਪੁਸਤਕ ਦੇ ਸੰਪਾਦਕ ਡਾਕਟਰ ਭੁਪਿੰਦਰ ਸਿੰਘ ਖਹਿਰਾ ਅਤੇ ਡਾਕਟਰ ਸੁਰਜੀਤ ਸਿੰਘ ਹਨ। ਵਿਦਿਆਰਥੀਓ, ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੇ ਗਏ ਡਾਕਟਰ ਹਰਜੀਤ ਕੌਰ ਦੇ ਨਿਬੰਧ ਪੰਜਾਬ ਦੀਆਂ ਲੋਕ ਖੇਡਾਂ, ਉਹਦੇ ਬਾਰੇ ਆਪਾਂ ਅੱਜ ਚਰਚਾ ਕਰਨੀ ਹੈ। ਵਿਦਿਆਰਥੀਓ, ਆਪਾਂ ਡਾਕਟਰ ਹਰਜੀਤ ਕੌਰ ਦੀ ਪੰਜਾਬੀ ਸਾਹਿਤ ਨੂੰ ਦੇਣ, ਪੰਜਾਬੀ ਵਾਰਤਕ ਨੂੰ ਦੇਣ, ਪੰਜਾਬੀ ਨਿਬੰਧ ਨੂੰ ਦੇਣ, ਉਹਦੇ ਬਾਰੇ ਚਰਚਾ ਕਰਾਂਗੇ। ਉਹਨਾਂ ਦੇ ਜੀਵਨ ਵੇਰਵੇ ਬਾਰੇ ਚਰਚਾ ਕਰਾਂਗੇ ਅਤੇ ਨਾਲ ਹੀ ਆਪਾਂ ਇਸ ਨਿਬੰਧ ਦੇ ਵਿੱਚ, ਪੰਜਾਬ ਦੀਆਂ ਲੋਕ ਖੇਡਾਂ ਨਿਬੰਧ ਦੇ ਵਿੱਚ ਪੇਸ਼ ਹੋਏ ਵਿਸ਼ੇ ਦੇ ਬਾਰੇ ਚਰਚਾ ਕਰਾਂਗੇ। ਉਸ ਤੋਂ ਬਾਅਦ ਇਸ ਨਿਬੰਧ ਦੇ ਵਿੱਚੋਂ ਆਉਣ ਵਾਲੇ ਸੰਭਾਵੀ ਛੋਟੇ ਪ੍ਰਸ਼ਨਾਂ, ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਵਿਦਿਆਰਥੀਓ, ਪੰਜਾਬ ਦੀਆਂ ਲੋਕ ਖੇਡਾਂ ਨਿਬੰਧ ਦੇ ਲੇਖਕ ਡਾਕਟਰ ਹਰਜੀਤ ਕੌਰ ਹਨ। ਉਹਨਾਂ ਦਾ ਜਨਮ 15 ਜੁਲਾਈ 1956 ਈਸਵੀ ਨੂੰ ਪਟਿਆਲਾ ਵਿਖੇ ਮਾਤਾ ਸਤਵੰਤ ਕੌਰ ਅਤੇ ਸਰਦਾਰ ਅਤਰ ਸਿੰਘ ਦੇ ਘਰ ਹੋਇਆ। ਹਰਜੀਤ ਕੌਰ ਦੀ ਵਿਦਿਅਕ ਯੋਗਤਾ ਜਿਹੜੀ ਸੀਗੀ, ਉਹ PhD ਕਰਨ ਤੋਂ ਬਾਅਦ ਰੀਡਰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰਕਾਸ਼ਿਤ ਪੁਸਤਕਾਂ ਉਹਨਾਂ ਦੀਆਂ ਹੈਗੀਆਂ ਲੋਕਧਾਰਾ, ਵਿਵਹਾਰਕ ਅਧਿਐਨ। ਡਾਕਟਰ ਹਰਜੀਤ ਕੌਰ ਪੰਜਾਬੀ ਲੋਕਧਾਰਾ ਦੇ ਅਧਿਐਨ ਅਤੇ ਅਧਿਆਪਨ ਨਾਲ ਜੁੜੀ ਹੋਈ ਇੱਕ ਗੰਭੀਰ ਖੋਜੀ ਅਤੇ ਵਿਦਵਾਨ ਹੈ। ਵਿਦਿਆਰਥੀ, ਉਹਨਾਂ ਦਾ ਜਿਹੜਾ PhD ਦਾ ਕੰਮ ਸੀ ਉਹ ਲੋਕਧਾਰਾ ਦੇ ਉੱਪਰ ਹੀ ਸੀਗਾ। ਲੇਖਕਾਂ ਨੇ ਆਪਣੇ ਇਸ ਲੇਖ ਵਿੱਚ ਪੰਜਾਬ ਦੀਆਂ ਲੋਕ ਖੇਡਾਂ ਵਿੱਚੋਂ ਕੁਝ ਚੋਣਵੀਆਂ ਖੇਡਾਂ ਦੇ ਸਰੂਪ ਅਤੇ ਖੇਡ ਵਿਧੀ ਨਾਲ ਜਾਣ ਪਹਿਚਾਣ ਕਰਾਈ ਹੈ। ਸਟੂਡੈਂਟਸ, ਵਿਦਿਆਰਥੀਓ, ਅੱਜ ਦਾ ਜਿਹੜਾ ਯੁੱਗ ਹੈਗਾ, ਇਹ ਆਧੁਨਿਕ ਯੁੱਗ ਹੈ, ਜਿਹਦੇ ਵਿੱਚ ਸੋਸ਼ਲ ਮੀਡੀਆ ਦੇ ਨਾਲ ਜੁੜ ਕੇ ਵਰਤਮਾਨ ਯੁੱਗ ਦਾ ਨੌਜਵਾਨ ਅਤੇ ਬੱਚੇ ਆਪਣੀ ਪਰੰਪਰਾ ਨਾਲੋਂ ਟੁੱਟ ਰਹੇ ਨੇ, ਆਪਣੀਆਂ ਪਰੰਪਰਾਗਤ ਖੇਡਾਂ ਨਾਲੋਂ ਟੁੱਟ ਰਹੇ ਨੇ। ਉਹਨਾਂ ਦੀਆਂ ਜਿਹੜੀਆਂ ਹੁਣ ਅੱਜ ਕੱਲ੍ਹ ਖੇਡਾਂ ਹੋ ਗਈਆਂ, ਉਹ ਮੁੱਖ ਤੌਰ ਦੇ ਉੱਪਰ ਮੋਬਾਈਲ ਜਾਂ ਲੈਪਟਾਪ ਜਾਂ ਫਿਰ ਕੰਪਿਊਟਰ ਦੇ ਉੱਪਰ ਉਹ ਖੇਡਾਂ ਖੇਡਦੇ ਹੈ ਜੋ ਉਹਨਾਂ ਨੂੰ ਸੋਸ਼ਲ ਮੀਡੀਆ ਦਿੰਦਾ ਹੈ, ਗੂਗਲ ਦਿੰਦੀ ਹੈ। ਸੋ ਉਹ ਜਿਹੜੀਆਂ ਆਪਣੀਆਂ ਪਰੰਪਰਾਗਤ ਖੇਡਾਂ, ਉਹਨਾਂ ਤੋਂ ਦੂਰ ਜਾ ਰਹੇ ਹੈ। ਉਹ ਪਰੰਪਰਾਗਤ ਖੇਡਾਂ ਬੱਚੇ ਦੇ ਮਾਨਸਿਕ ਵਿਕਾਸ, ਬੱਚੇ ਦੀ ਭਾਸ਼ਾ, ਬੱਚੇ ਦੇ ਮੇਲ ਮਿਲਾਪ ਔਰ ਬੱਚੇ ਦੀ ਜਿਹੜੀ ਫਿਜ਼ੀਕਲੀ ਫਿਟਨੈਸ ਹੈ, ਉਹਦੇ ਲਈ ਬਹੁਤ ਜ਼ਰੂਰੀ ਹੁੰਦੀਆਂ, ਜਿਨ੍ਹਾਂ ਤੋਂ ਅੱਜ ਦਾ ਬੱਚਾ ਦੂਰ ਜਾ ਰਿਹਾ ਹੈ। ਇਸ ਨਿਬੰਧ ਦੇ ਵਿੱਚ ਉਹਨਾਂ ਬਚਪਨ ਦੀਆਂ ਖੇਡਾਂ ਔਰ ਉਹ ਖੇਡਾਂ ਕਿਸ ਢੰਗ ਨਾਲ ਖੇਡੀਆਂ ਜਾਂਦੀਆਂ ਸੀ, ਉਹਦੇ ਬਾਰੇ ਚਰਚਾ ਕੀਤੀ ਗਈ ਹੈ। ਲੇਖਕਾਂ ਨੇ ਲੇਖ ਦੇ ਆਰੰਭ ਵਿੱਚ ਦੱਸਿਆ ਹੈ ਕਿ ਖੇਡ ਮਨੁੱਖ ਦੀ ਸਥਾਈ ਰੁਚੀ ਹੈ, ਜੋ ਬਚਪਨ ਤੋਂ ਬੁਢਾਪੇ ਤੱਕ ਨਿਰੰਤਰ ਕਾਇਮ ਰਹਿੰਦੀ ਹੈ। ਬਚਪਨ ਵਿੱਚ ਖੇਡਾਂ ਬੱਚੇ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਉਸ ਦੀ ਸਿਰਜਣਾਤਮਕ ਅਤੇ ਬੌਧਿਕ ਸਮਰੱਥਾ ਨੂੰ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਛੋਟੀ ਉਮਰ ਵਿੱਚ ਬੱਚੇ ਆਲੇ ਦੁਆਲੇ ਵਿੱਚ ਪ੍ਰਾਪਤ ਨਿਰਜਿੰਦ ਵਸਤਾਂ ਨੂੰ ਆਪਣੀਆਂ ਖੇਡ ਵਸਤਾਂ ਬਣਾ ਲੈਂਦੇ ਹਨ, ਪਰ ਉਹਨਾਂ ਨਾਲ ਕਾਲਪਨਿਕ ਇਕਸੁਰਤਾ ਬਣਾ ਕੇ ਉਹਨਾਂ ਨੂੰ ਸੰਜੀਦ ਜੀਵਾਂ ਵਾਂਗ ਹੀ ਸਮਝਦੇ ਹਨ ਅਤੇ ਕਲਪਨਾ ਵਿੱਚ ਸਿਰਜੇ ਆਪਣੇ ਕਿਰਦਾਰ ਨੂੰ ਹਕੀਕਤ ਮੰਨ ਕੇ ਜਿਉਂਦੇ ਹਨ। ਮਿਸਾਲ ਦੇ ਤੌਰ ਤੇ ਕੁੜੀਆਂ ਕੱਪੜੇ ਜਾਂ ਰਬੜ ਦੀਆਂ ਬਣੀਆਂ ਆਪਣੇ ਗੁੱਡੇ ਗੁੱਡੀਆਂ ਨੂੰ ਜਿਉਂਦੇ ਜਾਗਦੇ ਪ੍ਰਾਣੀਆਂ ਦੇ ਤੌਰ ਤੇ ਹੀ ਤਸੱਵਰ ਕਰਦੀਆਂ ਹਨ। ਲੇਖਕਾਂ ਨੇ ਪੰਜਾਬ ਦੀਆਂ ਲੋਕ ਖੇਡਾਂ ਨੂੰ ਕਈ ਵਰਗਾਂ ਵਿੱਚ ਵੰਡਿਆ, ਜਿਵੇਂ ਬੱਚਿਆਂ ਦੀਆਂ ਖੇਡਾਂ, ਮੁੰਡਿਆਂ ਦੀਆਂ ਖੇਡਾਂ, ਕੁੜੀਆਂ ਦੀਆਂ ਖੇਡਾਂ ਅਤੇ ਬਜ਼ੁਰਗਾਂ ਦੀਆਂ ਖੇਡਾਂ। ਵਿਦਿਆਰਥੀਓ, ਜਦੋਂ ਇੱਕ ਸਮਾਜ ਹੈ, ਸਮਾਜ ਵੈਸੇ ਵੀ ਇਹਨਾਂ ਵਰਗਾਂ ਦੇ ਵਿੱਚ ਹੀ ਵੰਡਿਆ ਹੋਇਆ ਹੈ। ਉਮਰ ਦੇ ਇੱਕ ਪੜਾਅ ਹੁੰਦੇ ਆ, ਉਹਨਾਂ ਪੜਾਵਾਂ ਦੇ ਵਿੱਚ ਅਲੱਗ-ਅਲੱਗ ਰੁਚੀਆਂ ਹੁੰਦੀਆਂ, ਅਲੱਗ-ਅਲੱਗ
ਆਪਣੀਆਂ ਲਗਨਾਂ ਹੁੰਦੀਆਂ ਉਹਨਾਂ ਦੇ ਮੁਤਾਬਕ ਹੀ ਬੱਚੇ, ਨੌਜਵਾਨ ਜਾਂ ਬਜ਼ੁਰਗ ਆਪਣੀਆਂ ਖੇਡਾਂ ਨਿਸ਼ਚਿਤ ਕਰਦੇ, ਜਿਹਦਾ ਜ਼ਿਕਰ ਇਸ ਚੈਪਟਰ ਦੇ ਵਿੱਚ ਲੇਖਕਾਂ ਨੇ ਕੀਤਾ ਹੈ। ਬੱਚਿਆਂ ਦੀਆਂ ਖੇਡਾਂ ਵਿੱਚ ਕੁੜੀਆਂ ਤੇ ਮੁੰਡੇ ਰਲ ਕੇ ਖੇਡਦੇ ਹਨ, ਪਰ ਸਰੀਰਕ ਤੇ ਮਾਨਸਿਕ ਵਿਕਾਸ ਉਪਰੰਤ ਲਿੰਗਕ ਵਖਰੇਵੇਂ ਦੀ ਸਮਝ ਆ ਜਾਣ ਉਪਰੰਤ ਮੁੰਡਿਆਂ ਅਤੇ ਕੁੜੀਆਂ ਦੀਆਂ ਖੇਡਾਂ ਵਿੱਚ ਵਖਰੇਵਾਂ ਪੈ ਜਾਂਦਾ ਹੈ। ਲੇਖਕਾ ਦੱਸਦੀ ਹੈ ਕਿ ਮੁੰਡਿਆਂ ਦੀਆਂ ਖੇਡਾਂ ਵਿੱਚ ਸਰੀਰਕ ਬਲ ਦਾ ਪ੍ਰਦਰਸ਼ਨ ਹੁੰਦਾ ਹੈ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਜ਼ਿਆਦਾ ਹੁੰਦੀ ਹੈ, ਜਦਕਿ ਕੁੜੀਆਂ ਦੀਆਂ ਖੇਡਾਂ ਵਿੱਚ ਕੋਮਲ ਭਾਵਨਾਵਾਂ ਦੀ ਪੇਸ਼ਕਾਰੀ ਅਤੇ ਸੁਹਜਾਤਮਿਕਤਾ ਦਾ ਅੰਸ਼ ਜ਼ਿਆਦਾ ਹੁੰਦਾ ਹੈ। ਬਜ਼ੁਰਗਾਂ ਦੀਆਂ ਖੇਡਾਂ ਵਿੱਚ ਸਰੀਰਕ ਨਾਲੋਂ ਬੌਧਿਕ ਕਸਰਤ ਵੱਧ ਹੁੰਦੀ ਹੈ ਅਤੇ ਉਹ ਆਮ ਕਰਕੇ ਆਪਣੀ ਉਮਰ ਅਵਸਥਾ ਮੁਤਾਬਕ ਬੈਠ ਕੇ ਖੇਡਣ ਵਾਲੀਆਂ ਖੇਡਾਂ ਹੀ ਖੇਡਦੇ ਹਨ। ਲੇਖ ਦੇ ਅਗਲੇ ਹਿੱਸੇ ਵਿੱਚ ਲੇਖਕਾਂ ਨੇ ਕੁਝ ਖੇਡਾਂ ਦਾ ਸੰਖੇਪ ਵੇਰਵਾ ਦਿੱਤਾ ਹੈ। ਇਸ ਵਿੱਚ ਮੁੰਡਿਆਂ ਦੀਆਂ ਖੇਡਾਂ ਵਿੱਚੋਂ ਬਾਂਦਰ ਕਿੱਲਾ, ਖਾਣ ਘੋੜੀ, ਰੱਬ ਦੀ ਖੁੱਤੀ ਤੇ ਢਕੱਲੀ, ਅਤੇ ਕੁੜੀਆਂ ਦੀਆਂ ਖੇਡਾਂ ਵਿੱਚੋਂ ਥਾਲ, ਭੰਗੂੜਾ ਤੇ ਰਾਜੇ ਦੀ ਬੱਕਰੀ ਆਦਿ ਖੇਡਾਂ ਦੀ ਖੇਡ ਸਮੱਗਰੀ, ਖੇਡਣ ਦਾ ਸਥਾਨ, ਖਿਡਾਰੀਆਂ ਦੀ ਗਿਣਤੀ, ਖੇਡ ਵਿਧੀ ਆਦਿ ਬਾਰੇ ਜਾਣਕਾਰੀ ਦਿੱਤੀ ਹੈ। ਵਿਦਿਆਰਥੀਓ, ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਧਿਆਨ ਨਾਲ ਜੇ ਦੇਖੀਆਂ ਜਾਣ, ਜਿਵੇਂ ਛੋਟੇ ਕੁਐਸਚਨ ਜਿਹੜੇ ਪੁੱਛੇ ਜਾਣਗੇ ਤੁਹਾਡੇ ਤੋਂ, ਉਹ ਇਸੇ ਤਰ੍ਹਾਂ ਹੀ ਹੋਣਗੇ ਕਿ ਜਿਵੇਂ ਖਾਣ ਘੋੜੀ ਖੇਡ ਕਿਹਦੇ ਨਾਲ ਸੰਬੰਧਿਤ ਹੈ? ਮੁੰਡਿਆਂ ਨਾਲ ਸੰਬੰਧਿਤ ਹੈ। ਇਹਦੇ ਵਿੱਚ ਕੀ ਹੁੰਦਾ ਹੈ ਆਪਾਂ ਚੈਪਟਰ ਦੇ ਵਿੱਚ ਦੇਖ ਕੇ ਦੱਸਾਂਗੇ। ਰੱਬ ਦੀ ਕੁੱਤੀ ਇਹ ਕਿਹੜੀ ਖੇਡ ਹੈ, ਕਿਹਦੇ ਨਾਲ ਸੰਬੰਧਿਤ ਹੈ? ਢੁਕੱਲੀ ਕਿਹੜੀ ਖੇਡ ਹੈ, ਕਿਹਦੇ ਨਾਲ ਸੰਬੰਧਿਤ ਹੈ? ਇਸੇ ਤਰ੍ਹਾਂ ਨਾਲ ਹੀ ਥਾਲ ਕਿਹੜੀ ਖੇਡ ਹੈ, ਕੁੜੀਆਂ ਨਾਲ ਸੰਬੰਧਿਤ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਕਿਸ ਸਮੇਂ ਖੇਡੀ ਜਾਂਦੀ ਹੈ? ਭੰਗੂੜਾ, ਰਾਜੇ ਦੀ ਬੱਕਰੀ ਆਦਿ ਇਹ ਖੇਡ ਸਮੱਗਰੀ ਕਿਹੜੀ ਹੁੰਦੀ ਹੈ, ਕਿਸ ਤਰ੍ਹਾਂ ਖੇਡੀ ਜਾਂਦੀ ਹੈ, ਕੌਣ ਖੇਡਦਾ ਹੈ? ਸੋ ਵਿਦਿਆਰਥੀਓ, ਇਹਨਾਂ ਬਾਰੇ ਸ਼ਾਰਟ ਕੁਐਸਚਨ ਆ ਸਕਦੇ ਆ। ਇਹ ਸਾਰੀਆਂ ਹੀ ਖੇਡਾਂ ਅਜਿਹੀਆਂ ਹਨ ਜਿਹੜੀਆਂ ਘੱਟੋ ਘੱਟ 3-4 ਖਿਡਾਰੀਆਂ ਨਾਲ ਖੇਡੀਆਂ ਜਾ ਸਕਦੀਆਂ ਹਨ, ਪਰ ਵਧੇਰੇ ਖਿਡਾਰੀਆਂ ਨਾਲ ਇਹ ਖੇਡਾਂ ਵਧੇਰੇ ਰੌਚਕ ਤੇ ਮਨੋਰੰਜਕ ਬਣ ਜਾਂਦੀਆਂ ਹਨ। ਲੇਖ ਦੇ ਅੰਤ ਵਿੱਚ ਡਾਕਟਰ ਹਰਜੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਲੋਕ ਖੇਡਾਂ ਵਿੱਚ ਪੰਜਾਬ ਦੇ ਅਰਥਚਾਰੇ, ਸਮਾਜਿਕ ਵਿਵਸਥਾ ਅਤੇ ਸੱਭਿਆਚਾਰ ਦੀਆਂ ਝਲਕਾਂ ਪ੍ਰਾਪਤ ਹੁੰਦੀਆਂ ਹਨ। ਉਸ ਅਨੁਸਾਰ ਕੁਦਰਤੀ ਸਾਧਨਾਂ ਉੱਤੇ ਨਿਰਭਰ ਪੰਜਾਬ ਦੀ ਸਾਦੀ ਰਹਿਣੀ ਬਹਿਣੀ ਕਾਰਨ ਪਰੰਪਰਾਗਤ ਖੇਡਾਂ ਦੀ ਖੇਡ ਸਮੱਗਰੀ ਆਲੇ ਦੁਆਲੇ ਹੀ ਪ੍ਰਾਪਤ ਹੁੰਦੀ ਹੈ, ਇਸ ਲਈ ਵਿਸ਼ੇਸ਼ ਉਚੇਚ ਨਹੀਂ ਕਰਨੀ ਪੈਂਦੀ। ਇੰਝ ਹੀ ਮਰਦ ਪ੍ਰਧਾਨ ਵਿਵਸਥਾ ਕਾਰਨ ਮਰਦਾਂ ਅਤੇ ਔਰਤਾਂ ਦੀਆਂ ਖੇਡਾਂ ਦੇ ਸਰੂਪ ਅਤੇ ਪ੍ਰਕਾਰਜ ਵਿੱਚ ਅੰਤਰ ਹੈ। ਇਹ ਖੇਡਾਂ ਭਾਈਚਾਰਕ ਸਾਂਝ ਨੂੰ ਪੱਕਿਆਂ ਕਰਨ, ਸਰੀਰਕ ਸ਼ਕਤੀ ਤੇ ਮਾਨਸਿਕ ਦ੍ਰਿੜਤਾ ਵਿੱਚ ਵਾਧਾ ਕਰਨ, ਨਿਡਰਤਾ ਦੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਅਤੇ ਸਥਾਪਿਤ ਨੈਤਿਕ ਪੈਮਾਨਿਆਂ ਅਨੁਸਾਰ ਵਿਵਹਾਰ ਕਰਨਾ ਸਿਖਾਉਣ ਦਾ ਪ੍ਰਕਾਰਜ ਨਿਭਾਉਂਦੀਆਂ ਹਨ। ਕਹਿਣ ਦਾ ਭਾਵ ਜਿਹੜਾ ਸਮਾਜ ਦੇ ਵਿੱਚ ਲਗਾਤਾਰ ਤੁਰਿਆ ਆ ਰਿਹਾ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦਾਂ ਦੀ ਚੜ੍ਹਤ ਅਤੇ ਔਰਤ ਨੂੰ ਜਿਹੜਾ ਸਮਾਜ ਦੇ ਵਿੱਚ ਦੂਸਰਾ ਸਥਾਨ ਹੈ, ਉਸ ਦੇ ਮੁਤਾਬਕ ਹੀ ਇਹ ਖੇਡਾਂ ਸਿਰਜੀਆਂ ਜਾਂਦੀਆਂ। ਉਸੇ ਤਰ੍ਹਾਂ ਨਾਲ ਡੋਮੀਨੇਟ ਕਰ ਰਿਹਾ ਮਰਦ ਇਹਨਾਂ ਖੇਡਾਂ ਦੇ ਵਿੱਚ ਵੀ। ਸੋ ਵਿਦਿਆਰਥੀ ਦੇ ਬਾਰੇ ਚਰਚਾ ਕੀਤੀ ਹੈ ਲੇਖਕਾਂ ਨੇ। ਆਪਾਂ ਹੁਣ ਇਸ ਸਮੁੱਚੇ ਅਧਿਆਏ ਦਾ, ਨਿਬੰਧ ਦਾ ਪੜ੍ਹ ਲੈਣੇ, ਫਿਰ ਆਪਾਂ ਦੇਖਦੇ ਹਾਂ ਪੰਜਾਬ ਦੀਆਂ ਖੇਡਾਂ। ਲੋਕ ਕਹਾਵਤ ਹੈ ਕਿ ਬੱਚਾ ਖੇਡਣੋਂ ਅਤੇ ਹਾਥੀ ਝੂਲਣੋਂ ਹਟ ਜਾਵੇ ਤਾਂ ਸਮਝੋ ਉਹ ਬਿਮਾਰ ਹੈ। ਅਰਥਾਤ ਖੇਡਣਾ ਸਰੀਰ ਤੇ ਮਾਨਸਿਕ ਤੰਦਰੁਸਤੀ ਦੀ ਨਿਸ਼ਾਨੀ ਹੈ। ਇਹ ਬੱਚਿਆਂ ਦੀਆਂ ਖੇਡਾਂ ਜਾਂ ਖੇਡ ਦੀ ਇੱਕ ਡੈਫੀਨੇਸ਼ਨ ਦੇਣ ਦੀ ਸਫਲ ਯਤਨ ਕੀਤਾ। ਮਨੁੱਖ ਅੰਦਰ ਖੇਡਣ ਦੀ ਰੁਚੀ ਸੁਭਾਵਕ ਹੈ ਜੋ ਬਚਪਨ ਤੋਂ ਬੁਢਾਪੇ ਤੱਕ ਨਿਰੰਤਰ ਬਣੀ ਰਹਿੰਦੀ ਹੈ। ਸਰੀਰਕ ਸਮਰੱਥਾ ਅਤੇ ਮਾਨਸਿਕ ਰੁਚੀਆਂ ਅਨੁਸਾਰ ਮਾਨਵੀ ਖੇਡਾਂ ਦੇ ਰੂਪ ਬਦਲਦੇ ਰਹਿੰਦੇ ਹਨ। ਖੇਡਣ ਲਈ ਸਭ ਤੋਂ ਵੱਧ ਜੋਸ਼, ਉਤਸ਼ਾਹ ਅਤੇ ਸ਼ੌਂਕ ਬਚਪਨ ਦੀ ਅਵਸਥਾ ਵਿੱਚ ਹੁੰਦਾ ਹੈ। ਇਸੇ ਲਈ ਬਚਪਨ ਦੀਆਂ ਖੇਡਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਅਣਗਿਣਤ ਖੇਡਾਂ ਉਹਨਾਂ ਦੀ ਕੋਈ ਗਿਣਤੀ ਨਹੀਂ ਹੈਗੀ। ਖੇਡਾਂ ਦੀ ਮਨੁੱਖ ਦੀ ਸਮੁੱਚੀ ਜ਼ਿੰਦਗੀ ਵਿੱਚ ਵਿਸ਼ੇਸ਼ ਅਹਿਮੀਅਤ ਹੈ। ਬਚਪਨ ਦੀਆਂ ਖੇਡਾਂ ਦਾ ਕਾਰਜ ਬਹੁਪੱਖੀ ਹੋਣ ਕਾਰਨ ਇਹ ਹੋਰ ਵੀ ਵਧੇਰੇ ਮਹੱਤਵਪੂਰਨ ਹੁੰਦੀਆਂ ਹਨ। ਖੇਡਾਂ ਬੱਚੇ ਦੇ ਮਨੋਰੰਜਨ ਦਾ ਸਾਧਨ ਹਨ, ਉਸ ਦੇ ਸਰੀਰਕ ਵਿਕਾਸ ਵਿੱਚ ਸਹਾਈ ਹੁੰਦੀਆਂ ਹਨ ਅਤੇ ਇਸ ਤੋਂ ਇਲਾਵਾ ਬੱਚੇ ਦੀ ਸਿਰਜਣਾਤਮਕ ਅਤੇ ਬੌਧਿਕ ਸਮਰੱਥਾ ਨੂੰ ਵਧਾਉਣ ਵਿੱਚ ਵੀ ਭੂਮਿਕਾ ਨਿਭਾਉਂਦੀਆਂ ਹਨ। 3-4 ਸਾਲ ਤੱਕ ਦੀ ਛੋਟੀ ਉਮਰ ਦੇ ਬੱਚੇ ਦੀ ਕੋਈ ਖੇਡ ਨਿਸ਼ਚਿਤ ਨਹੀਂ ਹੁੰਦੀ। ਇਹ ਕੋਈ ਨਿਸ਼ਚਿਤ ਨਹੀਂ ਹੁੰਦੀ। ਜਿਸ ਤਰ੍ਹਾਂ ਵੀ ਬੱਚਾ ਹੁੰਦਾ ਉਸੇ ਤਰ੍ਹਾਂ ਨਾਲ ਹੀ
ਖੇਡੀ ਜਾਂਦਾ, ਆਪਣੀਆਂ ਖੇਡਾਂ ਆਪ ਹੀ ਨਿਰਮਿਤ ਕਰ ਲੈਂਦਾ, ਉਹਨਾਂ ਦੇ ਉਸੇ ਤਰ੍ਹਾਂ ਹੀ ਖੇਡ ਰਿਹਾ ਹੁੰਦਾ। ਇਸ ਉਮਰ ਵਿੱਚ ਉਹ ਕਾਲਪਨਿਕ ਖੇਡਾਂ ਵਧੇਰੇ ਖੇਡਦਾ। ਜਿਸ ਮਾਹੌਲ ਵਿੱਚ ਉਹ ਰਹਿੰਦਾ ਹੈ ਉਸੇ ਅਨੁਸਾਰ ਉਹ ਖੇਡਾਂ ਦੀ ਸਿਰਜਣਾ ਕਰਦਾ ਹੈ। ਮਿਸਾਲ ਵਜੋਂ ਕੋਈ ਸੋਟੀ, ਡੰਡਾ, ਰੱਸੀ ਦਾ ਟੋਟਾ, ਪੱਥਰ, ਪਲਾਸਟਿਕ, ਲੱਕੜ ਦਾ ਕੋਈ ਟੁਕੜਾ, ਗੋਲ ਆਕਾਰ ਦੀ ਕੋਈ ਵਸਤ, ਕਾਗਜ਼, ਕਾਪੀ ਅਰਥਾਤ ਕੋਈ ਵੀ ਸਧਾਰਨ ਚੀਜ਼ ਬੱਚੇ ਲਈ ਘੋੜਾ, ਬਲਦ, ਹਲ, ਟਰੈਕਟਰ, ਸਾਈਕਲ, ਕਾਰ, ਸਟੈਂਥੋਸਕੋਪ, ਇੰਜੈਕਸ਼ਨ ਆਦਿ ਦਾ ਰੂਪ ਹੋ ਸਕਦੀ ਹੈ। ਉਹ ਵੱਡਿਆਂ ਦੀ ਨਕਲ ਕਰਦਾ, ਉਸ ਤਰ੍ਹਾਂ ਜਿਵੇਂ ਕੋਈ ਡਾਕਟਰ ਹੁੰਦਾ ਹੈ, ਕੋਈ ਘਰ ਦੇ ਵਿੱਚ ਜਿਹੜਾ ਕੰਮ ਹੁੰਦਾ ਉਹਦੀ ਨਕਲ ਕਰਦਾ ਹੈ। ਇਸ ਕਰਕੇ ਉਹ ਆਪਣੀਆਂ ਖੇਡਾਂ ਖੁਦ ਸਿਰਜਣਾ ਕਰ ਲੈਂਦਾ ਉਹਨਾਂ ਦੀ, ਜਿਸ ਨਾਲ ਖੇਡਦਾ ਬੱਚਾ ਕੇਵਲ ਆਪਣਾ ਮਨੋਰੰਜਨ ਹੀ ਨਹੀਂ ਕਰਦਾ ਬਲਕਿ ਕਲਪਨਾ ਵਿੱਚ ਉਹ ਇੱਕ ਕੁਸ਼ਲ ਸ਼ਿਕਾਰੀ, ਕਿਸਾਨ, ਡਰਾਈਵਰ, ਅਧਿਆਪਕ ਜਾਂ ਡਾਕਟਰ ਦੀ ਭੂਮਿਕਾ ਵੀ ਨਿਭਾ ਰਿਹਾ ਹੁੰਦਾ, ਜਿਵੇਂ ਆਪਾਂ ਉੱਪਰ ਗੱਲ ਕੀਤੀ ਹੈ। ਇਸੇ ਪ੍ਰਕਾਰ ਇੱਕ ਛੋਟੀ ਬੱਚੀ ਕਿਸੇ ਰਬੜ ਜਾਂ ਕੱਪੜੇ ਆਦਿ ਦੀ ਗੁੱਡੀ ਨਾਲ ਖੇਡਦੀ ਉਸ ਨੂੰ ਇੱਕ ਬੇਜਾਨ ਖਿਡੌਣਾ ਨਹੀਂ ਸਮਝਦੀ ਬਲਕਿ ਉਸ ਲਈ ਆਪਣੇ ਵਾਂਗ ਹੀ ਜਿਉਂਦੀ ਜਾਗਦੀ ਬੱਚੀ ਵਾਂਗ ਵਿਵਹਾਰ ਕਰਦੀ ਹੈ। ਉਮਰ ਦੇ ਵਿਕਾਸ ਨਾਲ ਵੱਧਦੀ ਸੂਝ-ਬੂਝ ਬੱਚੇ ਨੂੰ ਕਾਲਪਨਿਕ ਜਗਤ ਵਿੱਚੋਂ ਬਾਹਰ ਕੱਢਦੀ ਹੈ। ਉਸ ਦੀਆਂ ਖੇਡਾਂ ਦੇ ਰੂਪ ਬਦਲ ਜਾਂਦੇ ਹਨ। ਖੇਡਾਂ ਦੀ ਸਿਰਜਣਾ, ਨਿਯਮਾਂ ਅਧੀਨ ਖੇਡਣ ਦੇ ਢੰਗ ਆਰੰਭ ਤੋਂ ਹੀ ਬੱਚੇ ਵਿੱਚ ਸਹਿਯੋਗ ਦੀ ਭਾਵਨਾ ਪੈਦਾ ਕਰਦੇ ਹਨ। ਸਮਾਜਿਕ ਕਦਰਾਂ ਕੀਮਤਾਂ ਦੇ ਦਾਇਰਿਆਂ ਵਿੱਚ ਰਹਿਣ ਦੇ ਸੰਕੇਤ ਦਿੰਦੇ ਹੋਏ ਅਚੇਤ ਪੱਧਰ ਤੇ ਹੀ ਉਸ ਨੂੰ ਆਉਣ ਵਾਲੀ ਜ਼ਿੰਦਗੀ ਨੂੰ ਵਿਉਂਤਬੱਧ ਕਰਨ ਦੀ ਜਾਂਚ ਵੀ ਸਿਖਾਉਂਦੇ ਹਨ। ਸੋ ਵਿਦਿਆਰਥੀਓ, ਜਿਹੜੀਆਂ ਖੇਡਾਂ ਹੈਗੀਆਂ ਨਾ, ਬੱਚੇ ਦੇ ਮਾਨਸਿਕ ਵਿਕਾਸ ਦੇ ਵਿੱਚ ਵੀ, ਬੱਚੇ ਦੇ ਸਰੀਰਕ ਵਿਕਾਸ ਦੇ ਵਿੱਚ ਵੀ ਅਹਿਮ ਯੋਗਦਾਨ ਪਾਉਂਦੀਆਂ, ਬੱਚੇ ਨੂੰ ਅਨੁਸ਼ਾਸਨ ਵੀ ਸਿਖਾਉਂਦੀਆਂ। ਪੰਜਾਬ ਦੀਆਂ ਲੋਕ ਖੇਡਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਇਹਨਾਂ ਵਿੱਚ ਪ੍ਰਾਪਤ ਹੋਣ ਦੀ ਬਨਸਬੰਨਤਾ ਹੈ। ਇੱਥੇ ਉਮਰ ਦੇ ਹਰ ਪੜਾਅ ਅਨੁਸਾਰ, ਸਰੀਰਕ ਤੇ ਮਾਨਸਿਕ ਸਮਰੱਥਾ ਅਨੁਸਾਰ, ਲਿੰਗ ਅਨੁਸਾਰ ਅਨੇਕਾਂ ਖੇਡਾਂ ਪ੍ਰਾਪਤ ਹੁੰਦੀਆਂ ਹਨ, ਜਿਵੇਂ ਛੋਟੇ ਬੱਚਿਆਂ ਦੀਆਂ ਖੇਡਾਂ, ਕੁੜੀਆਂ ਦੀਆਂ ਖੇਡਾਂ, ਮੁੰਡਿਆਂ ਦੀਆਂ ਖੇਡਾਂ, ਬਜ਼ੁਰਗਾਂ ਦੀਆਂ ਖੇਡਾਂ ਆਦਿ। ਛੋਟੀ ਉਮਰ ਦੇ ਮੁੰਡੇ ਕੁੜੀਆਂ ਰਲ ਕੇ ਖੇਡਦੇ ਹਨ, ਪਰ ਉਮਰ ਦੇ ਵਧਣ ਨਾਲ ਮੁੰਡੇ ਕੁੜੀਆਂ ਦੀਆਂ ਰੁਚੀਆਂ ਵਿੱਚ ਪੈਦਾ ਹੁੰਦੇ ਸੁਭਾਵਿਕ ਵਖਰੇਵੇਂ, ਸਰੀਰਕ ਬਲ, ਸਮਾਜਿਕ ਸਥਿਤੀਆਂ ਉਹਨਾਂ ਦੀਆਂ ਖੇਡਾਂ ਵਿੱਚ ਵਖਰੇਵੇਂ ਪੈਦਾ ਕਰਦੇ ਹਨ। ਇਹ ਸਾਰਾ ਕੁਝ ਉਹਨਾਂ ਦੀਆਂ ਖੇਡਾਂ ਨੂੰ ਅੱਗੇ ਡਿਫਾਈਨ ਕਰਦਾ, ਵੱਖਰਾ ਵੱਖਰਾ ਬਣਾ ਦਿੰਦਾ ਹੈ। ਮੁੰਡਿਆਂ ਦੀਆਂ ਖੇਡਾਂ ਵਧੇਰੇ ਦੌੜ ਭੱਜ, ਬਾਹੂਬਲ ਦੇ ਪ੍ਰਦਰਸ਼ਨ ਅਤੇ ਮੁਕਾਬਲੇ ਦੀ ਭਾਵਨਾ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਕੁੜੀਆਂ ਦੀਆਂ ਖੇਡਾਂ ਲੋਕ ਖੇਡਾਂ ਕੋਮਲ ਭਾਵਨਾਵਾਂ ਦੀ ਪੇਸ਼ਕਾਰੀ ਕਰਦੀਆਂ ਹਨ। ਇਹਨਾਂ ਵਿੱਚ ਸਰੀਰਕ ਬਲ ਨਾਲੋਂ ਸੁਹਜ ਆਤਮਿਕ ਇਹ ਦਾ ਅੰਸ਼ ਵਧੇਰੇ ਹੁੰਦਾ। ਸੁਹਜਾਤਮਿਕਤਾ, ਕਲਾਤਮਿਕਤਾ ਇਹਦਾ ਅੰਸ਼ ਵਧੇਰੇ ਹੁੰਦਾ। ਖਾਸ ਤੌਰ ਤੇ ਉਹ ਖੇਡਾਂ ਜੋ ਖੇਡ ਗੀਤਾਂ ਤੇ ਆਧਾਰਿਤ ਹੁੰਦੀਆਂ ਹਨ। ਬਚਪਨ ਤੋਂ ਜਵਾਨੀ ਅਤੇ ਜਵਾਨੀ ਤੋਂ ਬੁਢੇਪੇ ਤੱਕ ਦੀ ਉਮਰ ਬਿਤਾਉਣ ਅਤੇ ਜ਼ਿੰਦਗੀ ਦੀਆਂ ਪ੍ਰਮੁੱਖ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਵੀ ਮਨੁੱਖ ਜ਼ਿੰਦਗੀ ਖੇਡ ਵਿਹੂਣੀ ਨਹੀਂ ਹੁੰਦੀ, ਸਗੋਂ ਬੁਢੇਪੇ ਦੀ ਅਵਸਥਾ ਵਿੱਚ ਵਾਲਪਣ ਵਾਂਗ ਮਨ ਚ ਪਰਚਾਵੇ ਦਾ ਪ੍ਰਮੁੱਖ ਸਾਧਨ ਖੇਡਾਂ ਹੀ ਹੁੰਦੀਆਂ ਹਨ। ਇਸ ਅਵਸਥਾ ਦੀਆਂ ਖੇਡਾਂ ਭੱਜ ਨੱਠ ਦੀ ਥਾਂ ਬੈਠ ਕੇ ਖੇਡਣ ਵਾਲੀਆਂ ਹੁੰਦੀਆਂ ਹਨ। ਇਹਨਾਂ ਨੂੰ ਮਾਨਸਿਕ ਖੇਡਾਂ ਕਿਹਾ ਜਾਂਦਾ ਹੈ। ਖੇਡਾਂ ਦਾ ਮੁੱਖ ਮੰਤਵ ਮਨ ਪਰਚਾਵਾ ਹੈ। ਮਨ ਪਰਚਾਵੇ ਲਈ ਮਨੁੱਖ ਅਨੇਕਾਂ ਖੇਡਾਂ ਦੀ ਸਿਰਜਣਾ ਕਰਦਾ ਹੈ, ਪਰ ਇਹ ਸਾਰੀਆਂ ਖੇਡਾਂ ਇੱਕੋ ਜਿਹੀਆਂ ਲੋਕਪ੍ਰਿਯਤਾ ਹਾਸਲ ਨਹੀਂ ਕਰ ਪਾਉਂਦੀਆਂ, ਇੱਕੋ ਜਿਹੀ ਲੋਕਪ੍ਰਿਯਤਾ ਉਹਨਾਂ ਨੂੰ ਨਹੀਂ ਮਿਲਦੀ। ਕੁਝ ਖੇਡਾਂ ਸਿਰਜਣ ਉਪਰੰਤ ਜਲਦੀ ਹੀ ਖਤਮ ਹੋ ਜਾਂਦੀਆਂ ਹਨ, ਕੁਝ ਸੀਮਤ ਦਾਇਰੇ ਵਿੱਚ ਹੀ ਪ੍ਰਚਲਿਤ ਹੁੰਦੀਆਂ ਹਨ ਤੇ ਕੁਝ ਵਿਸ਼ਾਲ ਭੂਗੋਲਿਕ ਖੇਤਰ ਵਿੱਚ ਵੱਸਦੇ ਲੋਕਾਂ ਵੱਲੋਂ ਅਪਣਾ ਲਈਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਇੱਕ ਭੂਗੋਲਿਕ ਖਿੱਤੇ ਵਿੱਚ ਕੁਝ ਦੂਰੀ ਦੀ ਵਿੱਥ ਤੇ ਕਈ ਖੇਡਾਂ ਅਲੋਪ ਹੋ ਜਾਂਦੀਆਂ ਹਨ, ਕੁਝ ਬਦਲਵੇਂ ਰੂਪ ਵਿੱਚ ਮਿਲਦੀਆਂ ਹਨ, ਪਰ ਇਸ ਦੇ ਨਾਲ ਅਨੇਕਾਂ ਖੇਡਾਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੇ ਵਿਸ਼ੇਸ਼ ਗੁਣਾਂ ਕਾਰਨ ਕਿਸੇ ਇੱਕ ਭੂਗੋਲਿਕ ਖਿੱਤੇ ਦੇ ਸਮੂਹ ਲੋਕਾਂ ਵਿੱਚ ਪ੍ਰਚਲਿਤ ਹੁੰਦੀਆਂ ਹਨ, ਲੋਕਾਂ ਦੇ ਸਮੂਹਾਂ ਦੇ ਵਿੱਚ ਉਹ ਪ੍ਰਚਲਿਤ ਹੁੰਦੀਆਂ ਹਨ। ਇਹ ਖੇਡਾਂ ਉਸ ਇਲਾਕੇ ਦੀਆਂ ਪ੍ਰਤੀਨਿਧ ਲੋਕ ਖੇਡਾਂ ਹੁੰਦੀਆਂ ਹਨ, ਜਿਵੇਂ ਗੁੱਲੀ ਡੰਡਾ, ਪਿੱਠੂ, ਸਟਾਪੂ, ਕੋਟਲਾ ਛਪਾਕੀ, ਖਿੱਦੋ ਖੁੰਡੀ,
ਗੁੱਡੀ ਪਟੋਲੇ ਆਦਿ। ਇਹ ਸਾਰੀਆਂ ਖੇਡਾਂ ਅਤੇ ਇਹਨਾਂ ਵਰਗੀਆਂ ਹੋਰ ਕਈ ਖੇਡਾਂ ਪੰਜਾਬ ਦੇ ਮਾਝੇ, ਮਾਲਵੇ ਅਤੇ ਦੁਆਬੇ ਦੇ ਖੇਤਰਾਂ ਵਿੱਚ ਸ਼ਬਦਾਵਲੀ ਜਾਂ ਕਾਰਜ ਪੱਖੋਂ ਥੋੜੀ ਬਹੁਤੀ ਭਿੰਨਤਾ ਨਾਲ ਖੇਡੀਆਂ ਜਾਂਦੀਆਂ ਹਨ। ਇੱਥੇ ਇਹਨਾਂ ਵਿੱਚੋਂ ਕੁਝ ਅਜਿਹੀਆਂ ਖੇਡਾਂ ਦਾ ਵਰਣਨ ਕੀਤਾ ਜਾ ਰਿਹਾ ਹੈ ਜੋ ਬੱਚਿਆਂ ਦੇ ਸਰੀਰਕ, ਮਾਨਸਿਕ ਵਿਕਾਸ ਵਿੱਚ ਤਾਂ ਯੋਗਦਾਨ ਪਾਉਂਦੀਆਂ ਹੀ ਆ, ਪਰ ਨਾਲ ਹੀ ਪੰਜਾਬੀ ਸੱਭਿਆਚਾਰ ਦੇ ਵਿਭਿੰਨ ਪੱਖਾਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੀਆਂ ਹਨ। ਦੇਖੋ ਵਿਦਿਆਰਥੀਓ, ਪਹਿਲਾ ਜਿਹੜੀ ਖੇਡ ਹੈਗੀ ਹੈ ਬੱਚਿਆਂ ਦੀ ਖੇਡ ਜਾਂ ਨੌਜਵਾਨਾਂ ਦੀ ਖੇਡ ਹੈਗੀ ਹੈ ਬਾਂਦਰ ਕਿੱਲਾ। ਮੁੰਡਿਆਂ ਦੀ ਇਹ ਲੋਕ ਖੇਡ ਉਹਨਾਂ ਖੇਡਾਂ ਵਿੱਚੋਂ ਇੱਕ ਹੈ ਜੋ ਕਿਸੇ ਸਮੇਂ ਸਮੁੱਚੇ ਪੰਜਾਬ ਤੇ ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਵਧੇਰੇ ਲੋਕਪ੍ਰਿਯ ਰਹੀਆਂ ਹਨ। ਲੋਕ ਖੇਡਾਂ ਦੇ ਨਾਮ ਤੇ ਅਕਸਰ ਖੇਡ ਦੀ ਕਾਰਜਵਿਧੀ ਜਾਂ ਖੇਡ ਵਿੱਚ ਵਰਤੇ ਜਾਂਦੇ ਸਮਾਨ ਤੇ ਆਧਾਰਿਤ ਹੁੰਦੇ ਹਨ। ਜਿਹੜੀ ਉਹਨਾਂ ਦੇ ਨਾਂ ਵੀ ਹੈ ਨਾ, ਉਹ ਅਸਲ ਦੇ ਵਿੱਚ ਜਿਹੜੇ ਖੇਡ ਹੁੰਦੀ ਹੈ ਉਹਦੇ ਚ ਵਰਤੀ ਜਾਣ ਵਾਲੀ ਸਮੱਗਰੀ ਉਹਦੇ ਤੇ ਆਧਾਰਿਤ ਹੁੰਦੇ ਨਾਮ ਵੀ। ਇਸ ਖੇਡ ਦਾ ਨਾਮ ਕਾਰਜਵਿਧੀ ਅਤੇ ਸਮਾਨ ਦੋਹਾਂ ਨਾਲ ਸੰਬੰਧਿਤ ਹੈ। ਸਮਾਨ ਦੇ ਤੌਰ ਤੇ ਇਸ ਵਿੱਚ ਕੇਵਲ ਇੱਕ ਰੱਸੀ ਤੇ ਇੱਕ ਕਿੱਲਾ ਚਾਹੀਦਾ ਹੈ। ਖਿਡਾਰੀਆਂ ਦੀ ਗਿਣਤੀ ਘੱਟ ਤੋਂ ਘੱਟ 5 ਹੋਣੀ ਹੋਵੇ, ਘੱਟ ਤੋਂ ਘੱਟ 5 ਹੋਵੇ ਇਹਨਾਂ ਦੇ ਖਿਡਾਰੀ, ਅਤੇ ਵੱਧ ਖਿਡਾਰੀਆਂ ਦੀ ਗਿਣਤੀ ਕੋਈ ਨਿਸ਼ਚਿਤ ਨਹੀਂ ਹੁੰਦੀ। 15, 20 ਜਿੰਨੇ 64 ਖਿਡਾਰੀ ਇਸ ਵਿੱਚ ਭਾਗ ਲੈ ਸਕਦੇ ਆ। ਇਸ ਖੇਡ ਦਾ ਕਾਰਜ ਹੀ ਅਜਿਹਾ ਹੈ ਜਿਸ ਵਿੱਚ ਵੱਧ ਤੋਂ ਵੱਧ ਖਿਡਾਰੀਆਂ ਦੀ ਹੋਂਦ ਖੇਡ ਨੂੰ ਵਧੇਰੇ ਰੌਚਕ ਬਣਾਉਂਦੀ ਹੈ। ਖੇਡ ਸ਼ੁਰੂ ਕਰਨ ਲਈ ਕਿਸੇ ਖੁੱਲੀ ਜਗ੍ਹਾ ਤੇ ਕਿੱਲਾ ਗੱਡ ਕੇ ਉਸ ਨਾਲ ਰੱਸੀ ਬੰਨ੍ਹ ਦਿੱਤੀ ਜਾਂਦੀ ਹੈ। ਸਾਰੇ ਖਿਡਾਰੀ ਆਪੋ ਆਪਣੀਆਂ ਜੁੱਤੀਆਂ ਕਿੱਲੇ ਦੇ ਆਲੇ ਦੁਆਲੇ ਇਕੱਠੀਆਂ ਕਰ ਦਿੰਦੇ ਹਨ। ਇਸ ਉਪਰੰਤ ਪੁੱਗਣ ਦਾ ਕਾਰਜ ਕੀਤਾ ਜਾਂਦਾ। ਪੁੱਗਣ ਤੋਂ ਭਾਵ ਇੱਥੇ ਇੱਕ ਉਸ ਖਿਡਾਰੀ ਦੀ ਚੋਣ ਕਰਨੀ ਹੈ ਜਿਸ ਨੂੰ ਖੇਡ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕੇ। ਗੁੱਲੀ ਡੰਡਾ, ਕੋਟਲਾ ਛਪਾਕੀ, ਪਿੱਠੂ, ਲੁਕਣ ਮਿਚੀ, ਅੰਨਾ ਝੋਟਾ ਆਦਿ ਅਨੇਕਾਂ ਖੇਡਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਭਾਗ ਤਾਂ ਬਹੁਤ ਸਾਰੇ ਖਿਡਾਰੀ ਲੈਂਦੇ ਆ, ਪਰ ਖੇਡ ਦੀ ਸ਼ੁਰੂਆਤ ਇੱਕ ਬੱਚਾ ਕਰਦਾ ਹੈ ਅਤੇ ਆਪਣੀ ਵਾਰੀ ਪੁਗਾ ਕੇ ਕਿਸੇ ਹੋਰ ਖਿਡਾਰੀ ਨੂੰ ਵਾਰੀ ਸੌਂਪਦਾ ਹੈ ਤੇ ਇਸ ਤਰ੍ਹਾਂ ਖੇਡ ਨਿਰੰਤਰ ਜਾਰੀ ਰਹਿੰਦੀ ਹੈ। ਵਾਰੀ ਲਈ ਕਈ ਹੋਰ ਸ਼ਬਦ ਜਿਵੇਂ ਦਾਈ, ਮਿੱਤ, ਮੀਟੀ ਆਦਿ ਵੀ ਪ੍ਰਚਲਿਤ ਹਨ। ਵੱਖ-ਵੱਖ ਖੇਡਾਂ ਵਿੱਚ ਵਾਰੀ ਦੇ ਅਰਥ ਵਿਭਿੰਨ ਹੁੰਦੇ ਹਨ। ਕਿਸੇ ਖੇਡ ਵਿੱਚ ਵਾਰੀ ਮਾਣ ਦਾ ਮੌਕਾ ਹੁੰਦੀ ਹੈ ਜਿਵੇਂ ਗੁੱਲੀ ਡੰਡਾ, ਪਿੱਠੂ ਆਦਿ ਵਿੱਚ, ਪਰ ਕਿਤੇ ਵਾਰੀ ਸਜ਼ਾ ਦਾ ਰੂਪ ਹੁੰਦੀ ਹੈ ਜਿਵੇਂ ਅੰਨਾ ਝੋਟਾ, ਬਾਂਦਰ ਕਿੱਲਾ ਆਦਿ ਵਿੱਚ। ਪੁੱਗਣ ਦੇ ਵੀ ਕਈ ਢੰਗ ਹਨ, ਪਰ ਸਭ ਤੋਂ ਵੱਧ ਪ੍ਰਚਲਿਤ ਤਰੀਕੇ ਵਿੱਚ 3 ਬੱਚੇ ਇੱਕ ਦੂਸਰੇ ਦਾ ਹੱਥ ਫੜ ਕੇ ਕੁਝ ਕਾਵਿ ਸਤਰਾਂ ਬੋਲਦੇ ਹੋਏ ਹੱਥ ਹਿਲਾਉਂਦੇ ਹਨ। ਅਖੀਰਲੀ ਸਤਰ ਦੇ ਅੰਤ ਤੇ ਇੱਕਦਮ ਹੱਥ ਛੱਡ ਕੇ ਆਪਣੇ ਇੱਕ ਹੱਥ ਦੀ ਤਲੀ ਤੇ ਦੂਸਰੇ ਹੱਥ ਨੂੰ ਪੁੱਠਾ ਜਾਂ ਸਿੱਧਾ ਰੱਖਦੇ ਹਨ। ਤਿੰਨਾਂ ਵਿੱਚੋਂ ਜਿਸ ਦਾ ਹੱਥ ਦੂਸਰੇ ਦੋਹਾਂ ਨਾਲੋਂ ਵੱਖਰਾ ਹੁੰਦਾ ਹੈ ਉਹ ਪੁੱਗਦਾ ਹੈ। ਬਾਂਦਰ ਕਿੱਲੇ ਦੀ ਖੇਡ ਵਿੱਚ ਸਾਰੇ ਖਿਡਾਰੀ ਬਾਰੋ ਬਾਰੀ ਪੁੱਗਦੇ ਹਨ। ਜਿਹੜਾ ਅਖੀਰ ਤੇ ਰਹਿ ਜਾਵੇ ਉਹ ਬਾਰੀ ਦੇਣ ਲਈ ਬਾਂਦਰ ਬਣਦਾ ਹੈ। ਕਿੱਲੇ ਨਾਲ ਬੰਨੀ ਰੱਸੀ ਦਾ ਸਿਰਾ ਪਕੜ ਕੇ ਉਹ ਕਿੱਲੇ ਦੁਆਲੇ ਚੱਕਰ ਕੱਢਦਾ, ਕੋਲ ਪਏ ਸਮਾਨ ਦੀ ਰਾਖੀ ਕਰਦਾ, ਜਿਹੜੀਆਂ ਜੁੱਤੀਆਂ ਪਈਆਂ ਹੁੰਦੀਆਂ ਨਾ ਉਹਨਾਂ ਦੀ ਰਾਖੀ ਕਰਦਾ। ਖੇਡ ਦੇ ਨਿਯਮ ਅਨੁਸਾਰ ਉਸਨੇ ਇੱਕ ਥਾਂ ਰੁਕਣਾ ਨਹੀਂ। ਉਸ ਦੇ ਇੱਧਰ ਉੱਧਰ ਹੋਣ ਦੀ ਸਥਿਤੀ ਵਿੱਚ ਬਾਕੀ ਬੱਚੇ ਮੌਕਾ ਤਾੜ ਕੇ ਆਪੋ ਆਪਣੀ ਜੁੱਤੀ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਬਾਰੀ ਦੇ ਰਿਹਾ ਖਿਡਾਰੀ ਜੁੱਤੀ ਚੁੱਕ ਰਹੇ ਕਿਸੇ ਖਿਡਾਰੀ ਨੂੰ ਪਕੜ ਲਵੇ ਜਾਂ ਹੱਥ ਪੈਰ ਨਾਲ ਛੋਹ ਵੀ ਦੇਵੇ ਤਾਂ ਇਸ ਦੀ ਬਾਰੀ ਖਤਮ ਹੋ ਜਾਂਦੀ ਹੈ। ਜਿਹੜੇ ਬੱਚੇ ਨੂੰ ਪਕੜਦਾ ਹੈ ਉਹਦੀ ਬਾਰੀ ਸ਼ੁਰੂ ਹੋ ਜਾਂਦੀ ਹੈ। ਪਕੜਿਆ ਗਿਆ ਖਿਡਾਰੀ ਬਾਰੀ ਦੇਣ ਲਈ ਬਾਂਦਰ ਬਣਦਾ ਹੈ, ਪਰ ਜੇ ਸਾਰੇ ਬੱਚੇ ਆਪਣੀਆਂ ਜੁੱਤੀਆਂ ਚੁੱਕਣ ਵਿੱਚ ਸਫਲ ਹੋ ਜਾਣ ਤਾਂ ਬਾਂਦਰ ਬਣੇ ਬੱਚੇ ਨੂੰ ਸਜ਼ਾ ਭੁਗਤਣੀ ਪੈਂਦੀ ਹੈ। ਹੁਣ ਸਜ਼ਾ ਦੀ ਵੀ ਆਪਣੀ ਕਿਸਮ ਹੁੰਦੀ ਹੈ। ਸਜ਼ਾ ਵਜੋਂ ਉਸ ਨੂੰ ਬੱਚਿਆਂ ਵੱਲੋਂ ਦੱਸੀ ਨਿਸ਼ਚਿਤ ਜਗ੍ਹਾ ਤੇ ਪਹੁੰਚਣਾ ਹੁੰਦਾ ਹੈ। ਰੱਸੀ ਦਾ ਸਿਰਾ ਛੱਡ ਕੇ ਬੱਚਾ ਜਿਵੇਂ ਹੀ ਦੌੜਦਾ ਹੈ ਬਾਕੀ ਬੱਚੇ ਉਸ ਨੂੰ ਜੁੱਤੀਆਂ ਮਾਰਦੇ ਹਨ। ਇਸ ਲਈ ਵੀ ਕੁਝ ਨਿਯਮ ਹਨ। ਪਹਿਲਾਂ ਦੌੜ ਰਹੇ ਬੱਚੇ ਨੂੰ ਕਿਸੇ ਨੇ ਜੁੱਤੀ ਵਗਾ ਕੇ ਨਹੀਂ ਮਾਰਨੀ। ਦੂਸਰਾ, ਉਸ ਨੂੰ ਪਕੜ ਕੇ ਜੁੱਤੀ ਨਹੀਂ ਮਾਰਨੀ। ਕੇਵਲ ਨਾਲ ਦੌੜਦਿਆਂ ਉਸ ਨੂੰ ਜੁੱਤੀ ਦਾ ਨਿਸ਼ਾਨਾ ਬਣਾਉਣਾ ਹੈ, ਜਿਸ ਤੋਂ ਬਚਣ ਲਈ ਬੱਚਾ ਤੇਜ਼ ਰਫ਼ਤਾਰ ਨਾਲ ਦੌੜਦਾ ਹੈ। ਮਿੱਥੀ ਥਾਂ ਤੇ ਪਹੁੰਚਣ ਉਪਰੰਤ ਉਸ ਦੀ ਸਜ਼ਾ ਖਤਮ ਹੋ ਜਾਂਦੀ ਹੈ। ਅਗਲੀ ਹੈ ਬੱਚੋ ਖੇਡ ਹੈ ਜਿਹੜੀ ਉਹ ਖਾਨ ਘੋੜੀ। ਪੂਰੇ ਪੰਜਾਬ ਵਿੱਚ ਖੇਡੀ ਜਾਂਦੀ ਹੈ। ਖੇਡ ਖਾਨ ਘੋੜੀ ਤੋਂ ਇਲਾਵਾ ਮਲੂਕ ਘੋੜੀ, ਨੀਲੀ ਦਾ ਸਵਾਰ ਆਦਿ ਦੇ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ।
ਖੇਡ ਦੇ ਇਹ ਨਾਂ ਇਸ ਦੇ ਕਾਰਜ ਨਾਲ ਸੰਬੰਧਿਤ ਹਨ। ਇਸ ਖੇਡ ਲਈ ਕਿਸੇ ਪ੍ਰਕਾਰ ਦੀ ਸਮੱਗਰੀ ਦੀ ਲੋੜ ਨਹੀਂ। ਘੱਟ ਤੋਂ ਘੱਟ 5 ਬੱਚੇ ਕਿਸੇ ਵੀ ਖੁੱਲੀ ਜਗ੍ਹਾ ਤੇ ਇਸ ਨੂੰ ਖੇਡ ਸਕਦੇ ਹਨ। ਪਰ ਹੋਰ ਲੋਕ ਖੇਡਾਂ ਵਾਂਗ ਇਸ ਵਿੱਚ ਵੀ ਖਿਡਾਰੀਆਂ ਦੀ ਵੱਧ ਤੋਂ ਵੱਧ ਗਿਣਤੀ ਖੇਡ ਵਿੱਚ ਤੇਜ਼ੀ ਲਿਆਉਂਦੀ ਹੈ ਅਤੇ ਖੇਡ ਵੱਧ ਰੌਚਕ ਬਣਦੀ ਹੈ। ਸਰੀਰਕ ਬਲ, ਚੁਸਤੀ ਫੁਰਤੀ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਸਹਿਣਸ਼ੀਲਤਾ ਵੀ ਇਸ ਖੇਡ ਲਈ ਅਤ ਜ਼ਰੂਰੀ ਹੈ। ਇਸ ਖੇਡ ਵਿੱਚ ਪੁੱਗਣ ਦਾ ਕਾਰਜ ਵਧੇਰੇ ਮਹੱਤਵਪੂਰਨ ਹੈ। ਖਾਣ ਅਤੇ ਘੋੜੀ ਬਣਨ ਲਈ 2 ਖਿਡਾਰੀਆਂ ਦੀ ਚੋਣ ਪੁੱਗਣ ਤੇ ਹੀ ਨਿਰਭਰ ਕਰਦੀ ਹੈ। ਸਭ ਤੋਂ ਪਹਿਲਾਂ ਪੁੱਗਿਆ ਖਿਡਾਰੀ ਖਾਣ ਅਤੇ ਅਖੀਰ ਵਿੱਚ ਰਹਿ ਗਿਆ ਖਿਡਾਰੀ ਘੋੜੀ ਬਣਦਾ ਹੈ। ਘੋੜੀ ਬਣਨ ਲਈ ਖਿਡਾਰੀ ਆਪਣੇ ਗੋਡਿਆਂ ਉੱਪਰ ਹੱਥ ਰੱਖ ਕੇ ਜਾਂ ਜ਼ਮੀਨ ਵੱਲ ਬਾਹਾਂ ਲਮਕਾ ਕੇ ਖੜਾ ਹੁੰਦਾ ਹੈ। ਖਾਣ ਬਣਿਆ ਖਿਡਾਰੀ ਉਸ ਦੇ ਮਾਲਕ ਵਜੋਂ ਉਸ ਦੇ ਨਾਲ ਖਲੋ ਜਾਂਦਾ ਹੈ। ਬਾਕੀ ਖੇਡ ਰਹੇ ਬੱਚਿਆਂ ਵਿੱਚੋਂ ਕੋਈ ਪੁੱਛਦਾ ਹੈ, ਬੱਚਾ, ਖਾਣ ਤੇਰੀ ਘੋੜੀ ਦਾ ਕੀ ਨਾਮ? ਖਾਣ, ਬਾਰੂ। ਬੱਚੇ, ਟੁੱਟ ਗਈ ਬੋਤਲ, ਡੁੱਲ ਗਈ ਦਾਰੂ। ਇਹ ਆਖਦਿਆਂ ਹੀ ਬੱਚੇ ਵਿੱਚੋਂ ਦੌੜਦੇ ਹਨ ਤੇ ਖਾਣ ਉਹਨਾਂ ਨੂੰ ਪਕੜਨ ਲਈ ਕੋਸ਼ਿਸ਼ ਕਰਦਾ ਹੈ। ਘੋੜੀ ਬਣਿਆ ਖਿਡਾਰੀ ਨਾ ਤਾਂ ਉੱਥੋਂ ਕਿਧਰੇ ਜਾ ਸਕਦਾ ਤੇ ਨਾ ਹੀ ਸਿੱਧਾ ਖੜਾ ਹੋ ਸਕਦਾ ਹੈ। ਖਾਣ ਵੱਲੋਂ ਬੱਚਿਆਂ ਪਿੱਛੇ ਦੌੜਨ ਸਮੇਂ ਕੁਝ ਬੱਚੇ ਮੌਕਾ ਪਾ ਕੇ ਘੋੜੀ ਤੇ ਸਵਾਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਖਾਣ ਨੇ ਇੱਕੋ ਸਮੇਂ ਆਪਣੀ ਘੋੜੀ ਦੀ ਰਖਵਾਲੀ ਵੀ ਕਰਨੀ ਹੈ ਤੇ ਬੱਚਿਆਂ ਵਿੱਚੋਂ ਕਿਸੇ ਨੂੰ ਪਕੜਨਾ ਜਾਂ ਛੋਹਣਾ ਵੀ ਹੈ। ਖਾਣ ਵੱਲੋਂ ਕਿਸੇ ਬੱਚੇ ਨੂੰ ਪਕੜ ਲੈਣ ਉਪਰੰਤ ਪਹਿਲਾਂ ਘੋੜੀ ਬਣੇ ਬੱਚੇ ਦੀ ਵਾਰੀ ਖਤਮ ਹੋ ਜਾਂਦੀ ਹੈ ਤੇ ਪਕੜਿਆ ਗਿਆ ਬੱਚਾ ਘੋੜੀ ਬਣਦਾ ਹੈ। ਪਹਿਲਾਂ ਘੋੜੀ ਬਣਿਆ ਬੱਚਾ ਖਾਣ ਦੀ ਭੂਮਿਕਾ ਨਿਭਾਉਂਦਾ ਹੈ। ਇਸ ਖੇਡ ਵਿੱਚ ਸ਼ਾਮਲ ਹਰ ਖਿਡਾਰੀ ਕੋਲ ਆਪਣੀ ਚੁਸਤੀ ਫੁਰਤੀ ਦਿਖਾਉਣ ਦਾ ਮੌਕਾ ਹੁੰਦਾ ਹੈ। ਖਾਣ ਘੱਟ ਤੋਂ ਘੱਟ ਸਮੇਂ ਵਿੱਚ ਘੋੜੀ ਬਣੇ ਖਿਡਾਰੀ ਨੂੰ ਛੁਟਕਾਰਾ ਦਿਵਾਉਣ ਦੀ ਤਾਕ ਵਿੱਚ ਹੁੰਦਾ ਹੈ ਅਤੇ ਬਾਕੀ ਖਿਡਾਰੀ ਵੱਧ ਤੋਂ ਵੱਧ ਸਮੇਂ ਤੱਕ ਘੋੜੀ ਬਣਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਘੋੜੀ ਬਣਨ ਵਾਲੇ ਖਿਡਾਰੀਆਂ ਦੀ ਸਰੀਰਕ ਤਾਕਤ ਦੀ ਅਜ਼ਮਾਇਸ਼ ਸਭ ਤੋਂ ਵੱਧ ਹੁੰਦੀ ਹੈ, ਕਿਉਂ ਜੋ ਖੇਡ ਨਿਯਮਾਂ ਅਨੁਸਾਰ ਉਸਨੇ ਸਵਾਰ ਬਣੇ ਬੱਚੇ ਨੂੰ ਝੂਟੇ ਵੀ ਦੇਣੇ ਹੁੰਦੇ ਹਨ ਅਤੇ ਖਾਲੀ ਸਮੇਂ ਵਿੱਚ ਵੀ ਝੁਕੀ ਹੋਈ ਹਾਲਤ ਵਿੱਚ ਰਹਿਣਾ ਹੁੰਦਾ ਹੈ। ਅੱਗੇ ਹੈਗਾ ਬੱਚਿਓ ਰੱਬ ਦੀ ਕੁੱਤੀ। ਖਿਡਾਰੀਆਂ ਦੀ ਗਿਣਤੀ ਅਨੁਸਾਰ ਗੋਲ ਦਾਇਰੇ ਦੇ ਆਕਾਰ ਵਿੱਚ ਥੋੜੀ ਵਿੱਥ ਤੇ ਕੁੱਤੀਆਂ ਨਿੱਕੇ ਟੋਏ ਪੁੱਟੇ ਲਏ ਜਾਂਦੇ ਹਨ। ਇੱਕ ਵੱਡੇ ਆਕਾਰ ਦੀ ਕੁੱਤੀ ਦਾਇਰੇ ਦੇ ਵਿਚਕਾਰ ਪੁੱਟੀ ਜਾਂਦੀ ਹੈ, ਜਿਸ ਨੂੰ ਰੱਬ ਦੀ ਕੁੱਤੀ ਕਿਹਾ ਜਾਂਦਾ ਹੈ। ਇਸ ਖੇਡ ਵਿੱਚ ਸਮੱਗਰੀ ਵਜੋਂ ਕੇਵਲ ਇੱਕ ਗੇਂਦ ਦੀ ਜ਼ਰੂਰਤ ਹੁੰਦੀ ਹੈ। ਪੁੱਗਣ ਉਪਰੰਤ ਸਾਰੇ ਖਿਡਾਰੀ ਆਪੋ ਆਪਣੀਆਂ ਖੁੱਤੀਆਂ ਕੋਲ ਖੜੇ ਹੋ ਜਾਂਦੇ ਹਨ। ਬਾਰੀ ਦੇਣ ਵਾਲਾ ਖਿਡਾਰੀ ਗੇਂਦ ਨੂੰ ਪੂਰੇ ਜ਼ੋਰ ਨਾਲ ਉੱਪਰ ਵੱਲ ਸੁੱਟਦਾ ਹੈ। ਹੇਠਾਂ ਆਉਂਦੀ ਗੇਂਦ ਨੂੰ ਖਿਡਾਰੀ ਬੋਚਣ ਦੀ ਕੋਸ਼ਿਸ਼ ਕਰਦੇ ਹਨ। ਜੇ ਕੋਈ ਖਿਡਾਰੀ ਗੇਂਦ ਬੋਚਣ ਉਪਰੰਤ ਕਿਸੇ ਖਿਡਾਰੀ ਨੂੰ ਗੇਂਦ ਮਾਰ ਦੇਵੇ ਤਾਂ ਮਾਰ ਖਾਣ ਵਾਲਾ ਖਿਡਾਰੀ ਘੋੜੀ ਬਣਦਾ ਹੈ ਤੇ ਮਾਰਨ ਵਾਲਾ ਸਵਾਰ। ਜੇ ਉੱਪਰੋਂ ਆਉਂਦੀ ਗੇਂਦ ਨੂੰ ਕਿਸੇ ਦੀ ਕੁੱਤੀ ਵਿੱਚ ਜਾ ਡਿੱਗੀ ਤਾਂ ਉਹ ਕੁੱਤੀ ਦਾ ਮਾਲਕ ਸਵਾਰ ਬਣਦਾ ਹੈ ਤੇ ਗੇਂਦ ਉਛਾਲਣ ਵਾਲਾ ਘੋੜੀ ਜਾਂ ਗੇਂਦ ਨਾ ਤਾਂ ਕਿਸੇ ਜੇ ਗੇਂਦ ਨਾ ਤਾਂ ਕਿਸੇ ਵੱਲੋਂ ਬੋਚੀ ਜਾ ਸਕੇ ਤੇ ਨਾ ਹੀ ਕਿਸੇ ਦੀ ਖੁੱਤੀ ਵਿੱਚ ਪਵੇ ਤਾਂ ਖਿਡਾਰੀਆਂ ਵਿੱਚ ਗੇਂਦ ਪਕੜਨ ਦੀ ਦੌੜ ਹੁੰਦੀ ਹੈ। ਜਿਸ ਹੱਥ ਗੇਂਦ ਆ ਜਾਵੇ ਉਹ ਕਿਸੇ ਦੂਜੇ ਨੂੰ ਨਿਸ਼ਾਨਾ ਬਣਾਉਂਦਾ ਹੈ। ਤਿੰਨਾਂ ਸਥਿਤੀਆਂ ਵਿੱਚ ਘੋੜੀ ਬਣਦੇ ਖਿਡਾਰੀ ਨੂੰ ਸਵਾਰ ਨੂੰ ਪਿੱਠੂ ਤੇ ਚੁੱਕ ਗੇਂਦ ਨੂੰ ਪੈਰਾਂ ਨਾਲ ਰੇੜਦਿਆਂ ਆਪਣੀ ਖੁੱਤੀ ਵਿੱਚ ਪਾਉਣਾ ਹੁੰਦਾ ਹੈ। ਜੇ ਗੇਂਦ ਕਿਸੇ ਹੋਰ ਦੀ ਖੁੱਤੀ ਵਿੱਚ ਜਾ ਪਵੇ ਤਾਂ ਉਸ ਖੁੱਤੀ ਦਾ ਮਾਲਕ ਸਵਾਰ ਬਣ ਜਾਂਦਾ ਹੈ। ਜੇ ਗੇਂਦ ਰੱਬ ਦੀ ਖੁੱਤੀ ਵਿੱਚ ਪਵੇ ਤਾਂ ਸਵਾਰ ਸਮੇਤ ਸਾਰੇ ਖਿਡਾਰੀ ਦੌੜ ਜਾਂਦੇ ਹਨ ਤੇ ਘੋੜੀ ਬਣਿਆ ਖਿਡਾਰੀ ਗੇਂਦ ਚੁੱਕ ਕੇ ਨਿਸ਼ਾਨਾ ਲਾਉਂਦਾ ਹੈ। ਗੇਂਦ ਕਿਸੇ ਬੱਚੇ ਦੇ ਲੱਗ ਜਾਵੇ ਤਾਂ ਉਹ ਘੋੜੀ ਬਣਨ ਦੀ ਸਜ਼ਾ ਭੁਗਤਦਾ ਹੈ। ਨਿਸ਼ਾਨਾ ਨਾ ਲੱਗਣ ਦੀ ਹਾਲਤ ਵਿੱਚ ਗੇਂਦ ਜਿਸ ਬੱਚੇ ਦੇ ਹੱਥ ਆਵੇ ਉਹ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਇਹ ਖੇਡ ਨਿਰੰਤਰ ਚੱਲਦੀ ਰਹਿੰਦੀ ਹੈ। ਅਗਲੀ ਖੇਡ ਹੈ ਟਕੁੱਲੀ। ਇਹ ਖੇਡ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੇ ਇਸ ਦੇ ਆਸ-ਪਾਸ ਦੇ ਖੇਤਰ ਵਿੱਚ ਖੇਡੀ ਜਾਂਦੀ ਹੈ। ਇਸ ਖੇਡ ਦਾ ਕਾਰਜ ਵਿਧੀ ਅਤੇ ਨਿਯਮ ਰੱਬ ਦੀ ਖੁੱਤੀ ਖੇਡ ਨਾਲ ਮਿਲਦੇ ਜੁਲਦੇ ਹਨ। ਫਰਕ ਕੇਵਲ ਇਹ ਹੈ ਕਿ ਇਸ ਵਿੱਚ ਖੁੱਤੀਆਂ ਪੁੱਟਣ ਦੀ ਥਾਂ ਵਰਗਾਕਾਰ ਖਾਨੇ ਬਣਾ ਕੇ ਖਿਡਾਰੀ ਉਹਨਾਂ ਖਾਨਿਆਂ ਕੋਲ ਖਲੋਂਦੇ ਨੇ। ਇਹ ਖਾਨੇ ਇੱਕ ਦੂਜੇ ਤੋਂ ਇੱਕ ਨਿਸ਼ਚਿਤ ਦੂਰੀ ਤੇ ਬਣਾਏ ਜਾਂਦੇ ਹਨ ਜੋ ਕਦਮਾਂ ਦੀ ਗਿਣਤੀ ਨਾਲ ਮਾਪੀ ਜਾਂਦੀ ਹੈ। ਖਾਨਿਆਂ ਦੀ ਖੁੱਤੀਆਂ ਵਾਂਗ ਦਾਇਰੇ ਦੀ ਸ਼ਕਲ ਵਿੱਚ
ਹੋਣਾ ਕੋਈ ਜ਼ਰੂਰੀ ਨਹੀਂ। ਗੇਂਦ ਦੀ ਤਾਂ ਇਸ ਖੇਡ ਵਿੱਚ ਲੱਕੜ ਦਾ ਛੋਟਾ ਜਿਹਾ ਟੁਕੜਾ ਵਰਤਿਆ ਜਾਂਦਾ ਹੈ। ਇਹ ਟੁਕੜਾ ਹੇਠੋਂ ਗੋਲ ਤੇ ਸਮਤਲ ਹੁੰਦਾ ਹੈ ਤੇ ਉੱਪਰੋਂ ਇਸ ਦਾ ਆਕਾਰ ਘੜੀ ਹੋਈ ਪੈਨਸਲ ਵਾਂਗ ਨੋਕਦਾਰ ਹੁੰਦਾ ਹੈ। ਇਸ ਟੁਕੜੇ ਨੂੰ ਚੀਟਾ ਕਿਹਾ ਜਾਂਦਾ ਹੈ। ਗੇਂਦ ਵਾਂਗ ਚੀਟੇ ਨਾਲ ਖਿਡਾਰੀ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ, ਬਲਕਿ ਖਾਨੇ ਵਿੱਚ ਚੀਟਾ ਸੁੱਟਣਾ ਹੁੰਦਾ ਹੈ। ਚੀਟਾ ਖਾਨੇ ਦੇ ਅੰਦਰ ਡਿੱਗੇ ਜਾਂ ਖਾਨੇ ਦੀਆਂ ਲਕੀਰਾਂ ਨਾਲ ਹੀ ਛੋ ਜਾਵੇ, ਛੁੱਟਣ ਵਾਲੇ ਖਿਡਾਰੀ ਦੀ ਸਫਲਤਾ ਮੰਨੀ ਜਾਂਦੀ ਹੈ। ਚੀਟੇ ਦਾ ਨਿਸ਼ਾਨਾ ਬਣੇ ਖਾਨੇ ਦਾ ਖਿਡਾਰੀ ਘੋੜੀ ਬਣ ਕੇ ਸਫਲ ਖਿਡਾਰੀ ਨੂੰ ਉਸਦੇ ਖਾਨੇ ਤੋਂ ਆਪਣੇ ਖਾਨੇ ਤੱਕ ਝੂੜਾ ਦਿੰਦਾ ਹੈ। ਇਸ ਉਪਰੰਤ ਚੀਟਾ ਉਸਦੇ ਹੱਥ ਆ ਜਾਂਦਾ ਹੈ ਤੇ ਖੇਡ ਅੱਗੋਂ ਜਾਰੀ ਰਹਿੰਦੀ ਹੈ। ਸਰੀਰਕ ਤੌਰ ਤੇ ਆਪਣੇ ਆਪ ਨੂੰ ਬਲਵਾਨ ਬਣਾਉਣ ਦੇ ਦਰਸਾਉਣਾ ਪੰਜਾਬੀ ਮਾਨਸਿਕਤਾ ਦਾ ਅਹਿਮ ਪੱਖ ਹੈ, ਜਿਸ ਦੀ ਪੇਸ਼ਕਾਰੀ ਕੇਵਲ ਉਪਰੋਕਤ ਖੇਡਾਂ ਵਿੱਚ ਹੀ ਨਹੀਂ ਬਲਕਿ ਮੁੰਡਿਆਂ ਦੀਆਂ ਹੋਰ ਵੀ ਅਨੇਕਾਂ ਖੇਡਾਂ ਹਨ, ਜਿਵੇਂ ਕਬੱਡੀ, ਰੱਸਾਕੱਸੀ, ਸ਼ੱਕਰ ਭਿੱਜੀ, ਡੰਡਾ, ਪਲਾਂਗੜਾ ਆਦਿ ਵਿੱਚੋਂ ਵੀ ਸਪਸ਼ਟ ਹੁੰਦੀ ਹੈ। ਕੁੜੀਆਂ ਦੀਆਂ ਖੇਡਾਂ ਵਿੱਚ ਗੁੱਡੀ ਪਟੋਲੇ, ਗੀਟੇ, ਥਾਲ, ਸਟਾਪੂ, ਭੰਡਾ ਭੰਡਾਰੀਆ, ਸਮੁੰਦਰੀ ਮੱਛੀ, ਕਾਟੋ, ਭੰਗੂੜਾ, ਪਰੀਆਂ, ਅੱਡੀ ਛੜੱਪਾ ਆਦਿ ਪ੍ਰਮੁੱਖ ਹਨ। ਇਹਨਾਂ ਖੇਡਾਂ ਦੀ ਬਣਤਰ ਅਜਿਹੀ ਹੈ ਜਿਸ ਵਿੱਚ ਸਰੀਰਕ ਬਲ ਦਾ ਪ੍ਰਯੋਗ ਸਿਰਫ ਖੇਡਣ ਅਰਥਾਤ ਮਨ ਪਰਚਾਵੇ ਲਈ ਹੀ ਹੁੰਦਾ ਹੈ, ਵਿਖਾਵੇ ਲਈ ਨਹੀਂ। ਕੁਝ ਖੇਡਾਂ ਤਾਂ ਅਜਿਹੀਆਂ ਹਨ ਜੋ ਜ਼ਮੀਨ ਤੇ ਬੈਠ ਕੇ ਹੀ ਖੇਡੀਆਂ ਜਾਂਦੀਆਂ ਹਨ। ਇਹਨਾਂ ਖੇਡਾਂ ਦੇ ਨਾਮ ਕਾਰਜ ਵਿਧੀ ਜਾਂ ਇਹਨਾਂ ਨਾਲ ਸੰਬੰਧਿਤ ਗੀਤਾਂ ਦਾ ਅਧਿਐਨ ਕਰਨਾ ਉਪਰੰਤ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਕੁੜੀਆਂ ਦਾ ਇਹ ਲੋਕ ਖੇਡਾਂ ਨਿਰੋਲ ਮਨ ਪਰਚਾਵੇ ਦਾ ਸਾਧਨ ਨਹੀਂ, ਬਲਕਿ ਪੰਜਾਬੀ ਸਮਾਜ ਵਿੱਚ ਮਰਦ ਔਰਤ ਦੀ ਸਮਾਜਿਕ ਸਥਿਤੀ, ਪਰਿਵਾਰ ਸੰਸਥਾ, ਰਿਸ਼ਤਾ ਨਾਤਾ ਪ੍ਰਣਾਲੀ, ਨੈਤਿਕ ਕਦਰਾਂ ਕੀਮਤਾਂ, ਰੀਤੀ ਰਿਵਾਜ, ਲੋਕ ਵਿਸ਼ਵਾਸ ਆਦਿ ਦੀ ਝਲਕ ਵੀ ਇਹਨਾਂ ਵਿੱਚੋਂ ਦੇਖੀ ਜਾ ਸਕਦੀ ਹੈ। ਉਹਨਾਂ ਦੀ ਜਿਹੜੀ ਪਹਿਲੀ ਖੇਡ ਹੈਗੀ ਥਾਲ। ਗੀਤ ਆਧਾਰਿਤ ਇਸ ਖੇਡ ਨੂੰ ਖੇਡਣ ਲਈ ਸਮੱਗਰੀ ਵਜੋਂ ਕੇਵਲ ਇੱਕ ਰਬੜ ਦੀ ਗੇਂਦ ਦੀ ਲੋੜ ਹੁੰਦੀ ਹੈ। ਖਿਡਾਰੀਆਂ ਦੀ ਗਿਣਤੀ ਘੱਟੋ ਘੱਟ 2 ਅਤੇ ਵੱਧ ਤੋਂ ਵੱਧ 7-8 ਹੋ ਸਕਦੀ ਹੈ। ਇਸ ਗੇਮ ਦੇ ਵਿੱਚ ਖੇਡਣ ਲਈ 2 ਧਿਰਾਂ ਵੀ ਬਣਾਈਆਂ ਜਾ ਸਕਦੀਆਂ ਹਨ ਜਾਂ ਇਕੱਲੀ ਕੁੜੀ ਖੇਡ ਸਕਦੀ ਹੈ। ਖੇਡਣ ਲਈ ਜ਼ਮੀਨ ਦੇ ਤੇ 2-2.5 ਫੁੱਟ ਦਾ ਦਾਇਰਾ ਬਣਾ ਲਿਆ ਜਾਂਦਾ ਹੈ ਤੇ ਕੁੜੀਆਂ ਇਸ ਦੇ ਆਸ-ਪਾਸ ਬੈਠ ਜਾਂਦੀਆਂ ਹਨ। ਬਾਰੀ ਲੈਣ ਵਾਲੀ ਲੜਕੀ ਗੇਂਦ ਨੂੰ ਦਾਇਰੇ ਦੇ ਅੰਦਰ ਹੱਥ ਨਾਲ ਪਟਕਾ ਕੇ ਸੁੱਟਦੀ ਹੈ ਅਤੇ ਫਿਰ ਲਗਾਤਾਰ ਹੱਥ ਦੀ ਛੋਹ ਨਾਲ ਪਟਕਾਉਂਦੀ ਗੀਤ ਦੀਆਂ ਸਤਰਾਂ ਬੋਲਦੀ ਹੈ। ਗੇਂਦ ਨੂੰ ਗੀਤ ਦੀ ਲੈਅ ਦੇ ਨਾਲ ਪਟਕਾਉਂਦਿਆਂ ਉਹ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਗੇਂਦ ਸੀਮਿਤ ਦਾਇਰੇ ਦੇ ਅੰਦਰ ਹੀ ਰਹੇ। ਦਾਇਰੇ ਤੋਂ ਬਾਹਰ ਜਾਣ ਤੇ ਉਸ ਕੁੜੀ ਦੀ ਵਾਰੀ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਗੀਤ ਦੇ ਖਤਮ ਹੋਣ ਤੋਂ ਪਹਿਲਾਂ ਉਹ ਗੇਂਦ ਹੱਥ ਨਾਲ ਛੋਹ ਕੇ ਉਛਾਲ ਦੇ ਸਕਦੀ ਹੈ, ਹੱਥ ਵਿੱਚ ਪਕੜ ਨਹੀਂ ਸਕਦੀ। ਗੇਂਦ ਹੱਥ ਵਿੱਚ ਪਕੜਨ ਜਾਂ ਹੱਥੋਂ ਛੁੱਟ ਜਾਣ ਦੀ ਸਥਿਤੀ ਵਿੱਚ ਵੀ ਵਾਰੀ ਖਤਮ ਹੋ ਜਾਂਦੀ ਹੈ। ਇਸ ਗੀਤ ਦੇ ਨਾਲ ਗੇਂਦ ਪਟਕਾਉਂਦਿਆਂ ਗੀਤ ਦੇ ਖਤਮ ਹੋਣ ਤੇ ਇੱਕ ਥਾਲ ਹੋ ਜਾਂਦਾ ਹੈ। ਇਸ ਕੁੜੀ ਜਾਂ ਧਿਰ ਦੇ ਥਾਲਾਂ ਦੀ ਗਿਣਤੀ ਜਿਸ ਵੀ ਕੁੜੀ ਜਾਂ ਧਿਰ ਦੇ ਥਾਲਾਂ ਦੀ ਗਿਣਤੀ ਵਧੇਰੇ ਹੋਵੇਗੀ ਉਹ ਜੇਤੂ ਹੁੰਦੀ ਹੈ। ਖੇਡ ਗੀਤ ਦੀ ਸ਼ਬਦਾਵਲੀ ਬੜੀ ਸਧਾਰਨ ਜਿਹੀ ਹੁੰਦੀ ਹੈ। ਛੀ ਛਾਂ ਜਿਵੇਂ ਮਾਂ, ਖੱਖੜੀਆਂ ਖਰਬੂਜੇ ਖਾਂਦੀ ਖਾਂਦੀ ਕਾਬਲ ਜਾ, ਕਾਬਲੋਂ ਆਂਦੀ ਗੋਰੀ ਗਾਂ ਗੁਲਾਬੀ ਬੱਚਾ ਮਾਰੇ ਸਿੰਘ ਤੜਾਵੇ ਰੱਸਾ। ਮੁੰਡੇ ਖੇਡਣ ਗੁੱਲੀ ਡੰਡਾ, ਕੁੜੀਆਂ ਗੀਤ ਗਾਉਂਦੀਆਂ, ਮਰਦ ਕਰਨ ਲੇਖਾ ਚੋਖਾ, ਰੰਨਾ ਘਰ ਵਸਾਉਂਦੀਆਂ, ਆਲ ਮਾਲ ਹੋਇਆ ਥਾਲ, ਕੁੜੀਏ ਥਾਲ ਈ। ਖੇਡ ਗੀਤ ਦੀਆਂ ਸਤਰਾਂ ਤੁਕਾਂਤ ਪੱਖੋਂ ਜ਼ਰੂਰ ਮੇਲ ਖਾਂਦੀਆਂ ਹਨ। ਅਰਥ ਪੱਖੋਂ ਇੱਕ ਸਤਰ ਦੀ ਦੂਜੀ ਨਾਲ ਮੇਲ ਖਾਣਾ ਜ਼ਰੂਰੀ ਨਹੀਂ, ਪਰ ਸਧਾਰਨ ਸਤਰਾਂ ਦੇ ਸਧਾਰਨ ਸ਼ਬਦ ਕਈ ਵਾਰੀ ਸੰਬੰਧਿਤ ਸਮਾਜ ਨਾਲ ਜੁੜੇ ਵਿਭਿੰਨ ਪੱਖਾਂ ਤੇ ਡੂੰਘੇ ਅਰਥਾਂ ਨੂੰ ਸਪਸ਼ਟ ਕਰਦੇ ਹਨ। ਭੰਗੂੜਾ। ਇਹ ਖੇਡ ਘੱਟੋ ਘੱਟ 4 ਤੇ ਵੱਧ ਤੋਂ ਵੱਧ 8 ਕੁੜੀਆਂ ਮਿਲ ਕੇ ਖੇਡਦੀਆਂ ਹਨ। ਇਹ ਖੇਡ ਵੀ ਗੀਤ ਦੇ ਬੋਲਾਂ ਨਾਲ ਹੀ ਚੱਲਦੀ ਹੈ। ਸਰੀਰਕ ਬਲ ਚਾਹੇ ਵਧੇਰੇ ਨਹੀਂ ਲੱਗਦਾ, ਪਰ ਸਰੀਰ ਨੂੰ ਕੰਟਰੋਲ ਵਿੱਚ ਰੱਖਣ ਦਾ ਅਭਿਆਸ ਜ਼ਰੂਰ ਹੁੰਦਾ ਹੈ। ਗੋਲ ਦਾਇਰੇ ਵਿੱਚ ਖਲੋ ਕੇ ਕੁੜੀਆਂ ਆਪੋ ਆਪਣੇ ਸਾਹਮਣੇ ਖਲੋਤੀ ਕੁੜੀ ਦਾ ਹੱਥ ਪਕੜਦੀਆਂ ਗੋਲ ਦਾਇਰੇ ਵਿੱਚ ਪਹਿਲਾਂ ਹੌਲੀ ਹੌਲੀ ਤੁਰਦੀਆਂ ਤੇ ਹੌਲੀ ਹੌਲੀ ਗਾਉਂਦੀਆਂ ਹਨ। ਆਓ ਸਹੇਲੀਓ ਖੇਡੀਏ, ਖੇਡਣ ਦਾ ਕੋਈ ਵੇਲਾ ਨਹੀਂ, ਰੋਟੀ ਕੌਣ ਪਕਾਊਗਾ, ਰੋਟੀ ਮਾਂ ਪਕਾਵੇਗੀ, ਇੱਕ ਗੱਲ ਭੁੱਲਦੀ ਭੰਗੂੜੇ ਵਾਂਗ ਝੁੱਲਦੀ। ਅਖੀਰਲੀ ਸਤਰ ਦੇ ਨਾਲ ਸਾਰੀਆਂ ਕੁੜੀਆਂ ਪੈਰਾਂ ਨੂੰ ਜੋੜ ਕੇ ਭਾਰ ਪਿੱਛੇ ਨੂੰ ਸੁੱਟਦੀਆਂ ਹਨ, ਤੇਜ਼ ਘੁੰਮਦੀਆਂ ਹਨ। ਇਸ ਖੇਡ ਵਿੱਚ ਕੁੜੀਆਂ ਦਾ 2
ਦੋ ਦੀਆਂ ਜੋਟੀਆਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਖੇਡ ਦੀ ਦੂਸਰੀ ਵਿਧੀ ਵਿੱਚ ਇੱਕ ਕੁੜੀ ਬੈਠਦੀ ਹੈ ਤੇ ਇੱਕ ਕੁੜੀ ਖੜੀ ਹੁੰਦੀ ਹੈ। ਉਸੇ ਤਰ੍ਹਾਂ ਹੱਥ ਪਕੜ ਕੇ ਗਾਉਂਦੀਆਂ ਅਤੇ ਘੁੰਮਦੀਆਂ ਹਨ। ਇਸ ਸਥਿਤੀ ਵਿੱਚ ਘੁੰਮਣ ਲਈ ਵਧੇਰੇ ਬਲ ਲਗਾਉਂਦੀਆਂ ਹਨ, ਪਰ ਘੁੰਮਦੀਆਂ ਕੁੜੀਆਂ ਸੱਚਮੁੱਚ ਭੰਗੂੜੇ ਦਾ ਦ੍ਰਿਸ਼ ਬਣਾ ਦਿੰਦੀਆਂ ਹਨ। ਰਾਜੇ ਦੀ ਬੱਕਰੀ ਅਗਲੀ ਜਿਹੜੀ ਗੇਮ ਆ ਉਹਦਾ ਨਾਂ ਹੈ। ਇਸ ਖੇਡ ਨੂੰ ਅਕਸਰ ਛੋਟੀ ਉਮਰ ਦੇ ਮੁੰਡੇ ਕੁੜੀਆਂ ਮਿਲ ਕੇ ਖੇਡਦੇ ਹਨ। ਪੁੱਗਣ ਉਪਰੰਤ ਵਾਰੀ ਦੇਣ ਵਾਲਾ ਬੱਚਾ ਰਾਜੇ ਦਾ ਨੌਕਰ ਬਣਦਾ ਹੈ ਤੇ ਕਿਸੇ ਤਕੜੇ ਖਿਡਾਰੀ ਦੇ ਪਿੱਛੇ ਇੱਕ ਦੂਜੇ ਦੇ ਲੱਕ ਨੂੰ ਹੱਥ ਪਾ ਕੇ ਖੜੇ ਬੱਚੇ ਇੱਕ ਕਤਾਰ ਜਿਹੀ ਬਣਾ ਲੈਂਦੇ ਹਨ। ਨੌਕਰ ਬਣਿਆ ਬੱਚਾ ਰਾਜਾ ਮੰਗੇ ਬੱਕਰੀ, ਮੈਂ ਬੱਕਰੀ ਲੈ ਜਾਣੀ ਆ ਕਹਿੰਦੀਆਂ ਕਤਾਰ ਦੇ ਪਿਛਲੇ ਬੱਚੇ ਨੂੰ ਖਿੱਚ ਕੇ ਅਲੱਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਲੀਡਰ ਇੱਕੋ ਮੇਰੀ ਬੱਕਰੀ ਮੈਂ ਕਿੱਲੇ ਤੇ ਬਿਠਾਣੀ ਹੈ ਕਹਿੰਦਿਆਂ ਫੁਰਤੀ ਨਾਲ ਇੱਧਰ ਉੱਧਰ ਹੁੰਦੀਆਂ ਨੌਕਰ ਦੀ ਕੋਸ਼ਿਸ਼ ਨੂੰ ਅਸਫਲ ਕਰਦਾ ਹੈ। ਸਾਰੇ ਬੱਚਿਆਂ ਦੇ ਅਲੱਗ ਹੋ ਜਾਣ ਤੱਕ ਖੇਡ ਚੱਲਦੀ ਹੈ। ਇਸ ਤੋਂ ਇਲਾਵਾ ਘਰ ਮੱਲਣਾ, ਰੰਗ ਮੱਲਣਾ, ਊਚ ਨੀਚ, ਬੁੱਢੀ ਮਾਈ, ਬਿੱਲੀ ਮਾਸੀ, ਕਾਟੋ ਪਰੀਆਂ ਆਦਿ ਜਿਹੀਆਂ ਖੇਡਾਂ ਛੋਟੇ ਬੱਚਿਆਂ ਵਿੱਚ ਵਧੇਰੇ ਪ੍ਰਚਲਿਤ ਰਹੀਆਂ ਹਨ। ਬਜ਼ੁਰਗ ਸ਼੍ਰੇਣੀ ਦੀਆਂ ਖੇਡਾਂ ਵਿੱਚ ਚੌਪੜ, ਸਤਰੰਜ, ਖੱਡਾ, ਵਾਰਾਂ ਟੀਣੀ, ਖੂਹ ਆਦਿ ਕੁਝ ਸੀਮਿਤ ਗਿਣਤੀ ਦੀਆਂ ਮਾਨਸਿਕ ਖੇਡਾਂ ਵੀ ਪ੍ਰਾਪਤ ਹੁੰਦੀਆਂ ਹਨ। ਇਸ ਦਾ ਇੱਕ ਕਾਰਨ ਇਹ ਹੈ ਕਿ ਬਚਪਨ ਤੋਂ ਜਵਾਨੀ ਤੱਕ ਮਨੁੱਖ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਾ ਹੈ। ਇਸ ਤਰ੍ਹਾਂ ਕਈ ਨਵੀਆਂ ਖੇਡਾਂ ਸਿਰਜੀਆਂ ਅਤੇ ਪ੍ਰਚਲਿਤ ਹੁੰਦੀਆਂ ਰਹਿੰਦੀਆਂ ਹਨ, ਪਰ ਬਜ਼ੁਰਗ ਅਜਿਹਾ ਨਹੀਂ ਕਰਦੇ। ਪਿੰਡ ਵਿੱਚ ਸੱਥਾਂ, ਖੂਹਾਂ ਆਦਿ ਤੇ ਬਜ਼ੁਰਗ ਦੀਆਂ ਢਾਣੀਆਂ ਜੁੜਦੀਆਂ ਜ਼ਰੂਰ ਹਨ ਜੋ ਖੇਡਾਂ ਖੇਡਦੇ ਹਨ, ਪਰ ਇਹਨਾਂ ਵਿੱਚ ਖੇਡਣ ਵਾਲੇ 2-4 ਹੀ ਹੁੰਦੇ ਹਨ, ਬਾਕੀ ਦੇਖਣ ਵਾਲਿਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਖੇਡਾਂ ਦਾ ਸਰੂਪ ਕਿਸ ਤਰ੍ਹਾਂ ਹੁੰਦਾ? ਕਿਸੇ ਵੀ ਦੇਸ਼ ਦੀਆਂ ਪਦਾਰਥਕ, ਭੂਗੋਲਿਕ, ਸਮਾਜਿਕ ਪਰਿਸਥਿਤੀਆਂ ਉੱਥੋਂ ਦੀਆਂ ਲੋਕ ਖੇਡਾਂ ਦੇ ਸਰੂਪ ਨੂੰ ਨਿਰਧਾਰਤ ਕਰਦੀਆਂ ਹਨ। ਪੰਜਾਬ ਦਾ ਅਰਥਚਾਰਾ ਲੰਮੇ ਸਮੇਂ ਤੱਕ ਖੇਤੀ ਆਧਾਰਿਤ ਰਿਹਾ ਹੈ। ਪੁਰਾਣੇ ਸਮੇਂ ਦੀਆਂ ਖੇਤੀ ਵਿੱਚ ਅਜੋਕੀ ਨਵੀਨ ਟੈਕਨੋਲੋਜੀ ਵਾਲੀਆਂ ਸਹੂਲਤਾਂ ਪ੍ਰਾਪਤ ਨਹੀਂ ਸਨ। ਇਹ ਵਧੇਰੇ ਕਰਕੇ ਕੁਦਰਤੀ ਸਾਧਨਾਂ ਤੇ ਨਿਰਭਰ ਸਨ। ਇਸ ਤੋਂ ਇਲਾਵਾ ਪੰਜਾਬ ਉੱਪਰ ਹੁੰਦੇ ਨਿੱਤ ਦੇ ਹਮਲਿਆਂ ਦਾ ਵੀ ਆਰਥਿਕਤਾ ਨੂੰ ਪ੍ਰਭਾਵਿਤ ਕਰਨਾ ਸੁਭਾਵਿਕ ਸੀ। ਸੋ ਆਰਥਿਕ ਪੱਖੋਂ ਲੋਕ ਸਧਾਰਨ ਸਾਦਾ ਰਹਿਣ ਬਹਿਣੀ ਦੇ ਮਾਲਕ ਸਨ। ਇਸ ਸਧਾਰਨਤਾ ਇੱਥੋਂ ਦੀਆਂ ਲੋਕ ਖੇਡਾਂ ਵਿੱਚੋਂ ਸਪਸ਼ਟ ਝਲਕਦੀ ਹੈ। ਪਰੰਪਰਾਗਤ ਲੋਕ ਖੇਡਾਂ ਵਿੱਚੋਂ ਕੋਈ ਵੀ ਖੇਡ ਅਜਿਹੀ ਨਹੀਂ ਮਿਲਦੀ ਜਿਸ ਨੂੰ ਖੇਡਣ ਲਈ ਵਿਸ਼ੇਸ਼ ਸਮੱਗਰੀ ਦੀ ਲੋੜ ਹੋਵੇ। ਠੀਕਰੀ, ਦਰਖਤ ਦੀ ਟਹਿਣੀ, ਰੱਸੀ, ਜੁੱਤੀਆਂ, ਕੱਪੜੇ ਦੀਆਂ ਲੀਰਾਂ ਆਦਿ ਜਿਹੀਆਂ ਵਸਤਾਂ ਹੀ ਖੇਡ ਸਮੱਗਰੀ ਵਜੋਂ ਵਰਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਖੇਡਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਿੱਚ ਕਿਸੇ ਵੀ ਸਮਾਨ ਦੀ ਕੋਈ ਲੋੜ ਨਹੀਂ ਹੁੰਦੀ, ਜਿਵੇਂ ਛੋਹਣ ਛਹਾਈ, ਭੰਡਾ ਭੰਡਾਰੀਆ, ਸਮੁੰਦਰ ਮੱਛੀ। ਸਮੇਂ ਸਥਾਨ ਦੀ ਇਹਨਾਂ ਖੇਡਾਂ ਵਿੱਚ ਕੋਈ ਪਾਬੰਦੀ ਨਹੀਂ। ਖੇਡ ਦੇ ਸਧਾਰਨ ਨਿਯਮ ਲੋੜ ਅਨੁਸਾਰ ਬਦਲੇ ਜਾ ਸਕਦੇ ਹਨ। ਪੰਜਾਬੀ ਸਮਾਜ ਵਿੱਚ ਸੰਯੁਕਤ ਪਰਿਵਾਰ ਸੰਸਥਾ ਦਾ ਪ੍ਰਚਲਿਤ ਲੰਮੇ ਸਮੇਂ ਤੱਕ ਰਿਹਾ ਹੈ। ਇਸ ਦਾ ਪ੍ਰਮੁੱਖ ਕਾਰਨ ਵੀ ਇਸ ਸਮੇਂ ਦੀਆਂ ਆਰਥਿਕ ਤੇ ਭੂਗੋਲਿਕ ਸਥਿਤੀਆਂ ਹੀ ਹਨ। ਖੇਤੀ ਅਜਿਹਾ ਧੰਦਾ ਸੀ ਜੋ ਇਕੱਲੇ ਵਿਅਕਤੀ ਦੀ ਥਾਂ ਬਹੁ ਗਿਣਤੀ ਦੇ ਮੈਂਬਰਾਂ ਦੀ ਸਾਂਝੀ ਮਿਹਨਤ ਨਾਲ ਹੀ ਵਧੇਰੇ ਲਾਹੇਵੰਦ ਹੁੰਦਾ ਹੈ। ਲੜਾਈਆਂ, ਯੁੱਧਾਂ ਦੇ ਮਾਹੌਲ ਨੇ ਵੀ ਭਾਈਚਾਰਕ ਸਾਂਝ ਨੂੰ ਪੱਕਿਆਂ ਕਰਨ ਵਿੱਚ ਭੂਮਿਕਾ ਨਿਭਾਈ। ਪ੍ਰਾਪਤ ਖੇਡਾਂ ਵਿੱਚੋਂ ਵੀ ਬਹੁ ਗਿਣਤੀ ਭਾਈਚਾਰਕ ਸਾਂਝ ਨੂੰ ਤਰਜੀਹ ਦੇਣ ਵਾਲੀਆਂ ਖੇਡਾਂ ਦੀ ਹੈ, ਜਿਵੇਂ ਬਾਂਦਰ ਕਿੱਲਾ, ਕੋਟਲਾ ਛਪਾਕੀ, ਪਿੱਠੂ, ਖਾਣ ਘੋੜੀ, ਸ਼ੱਕਰ ਭਿੱਜੀ ਆਦਿ। ਇਹਨਾਂ ਖੇਡਾਂ ਵਿੱਚ ਖਿਡਾਰੀਆਂ ਦੀ ਘੱਟ ਗਿਣਤੀ ਨਾ ਕੇਵਲ ਖੇਡ ਕਾਰਜ ਨੂੰ ਢਿੱਲਾ ਕਰਦੀ ਹੈ, ਬਲਕਿ ਖੇਡ ਵਿੱਚੋਂ ਰੌਚਕਤਾ ਨੂੰ ਖਤਮ ਕਰ ਦਿੰਦੀ ਹੈ। ਇਸ ਤੋਂ ਇਲਾਵਾ ਬਹੁ ਗਿਣਤੀ ਵਿੱਚ ਖਿਡਾਰੀਆਂ ਨਾਲ ਸੰਪਰਕ ਕਿਸੇ ਵੀ ਖਿਡਾਰੀ ਦੀ ਸਰੀਰਕ ਸ਼ਕਤੀ ਤੇ ਮਾਨਸਿਕ ਦ੍ਰਿੜਤਾ ਨੂੰ ਉਤਸ਼ਾਹਿਤ ਕਰਦਾ ਹੈ। ਨਿਡਰਤਾ, ਬਹਾਦਰੀ ਅਤੇ ਮੁਕਾਬਲੇ ਦੀ ਭਾਵਨਾ ਪੰਜਾਬੀ ਮਾਨਸਿਕਤਾ ਦੇ ਪ੍ਰਮੁੱਖ ਲੱਛਣ ਹਨ। ਇਹ ਲੱਛਣ ਮੁੰਡਿਆਂ ਦੀਆਂ ਲੋਕ ਖੇਡਾਂ ਵਿੱਚੋਂ ਵਧੇਰੇ ਉਘੜਦੇ ਹਨ। ਪੰਜਾਬੀ ਸਮਾਜ ਮਰਦ ਪ੍ਰਧਾਨ ਸਮਾਜ ਹੈ। ਸਮਾਜਿਕ ਤੌਰ ਤੇ ਔਰਤ ਦੀਆਂ ਦੁਜੈਲੀ ਸਥਿਤੀ ਲੋਕ ਖੇਡਾਂ ਵਿੱਚੋਂ ਵੀ ਝਲਕਦੀ ਹੈ। ਮੁੰਡਿਆਂ ਦੀਆਂ ਖੇਡਾਂ ਬਚਪਨ ਤੋਂ ਆਰੰਭ ਹੋ ਕੇ ਬੁਢਾਪੇ ਤੱਕ ਜਾਂਦੀਆਂ ਹਨ, ਜਦੋਂ ਕਿ ਕੁੜੀਆਂ ਦੀਆਂ ਖੇਡਾਂ ਦੀ ਨਿਸ਼ਚਿਤ ਉਮਰ ਹੈ, ਜਿਸ ਨੂੰ ਹਰ ਕੁੜੀ ਅਚੇਤ ਪੱਧਰ ਤੇ ਹੀ ਸਵੀਕਾਰਦੀ ਹੈ। ਆਓ ਸਹੇਲੀਓ ਖੇਡੀਏ, ਖੇਡਣ ਦੀ ਕੋਈ ਵੇਲਾ ਨਹੀਂ, ਰੋਟੀ ਕੌਣ ਪਕਾਵੇਗਾ। ਔਰਤ ਮਰਦ ਦੇ ਕਾਰਜ ਖੇਤਰ ਦੇ ਦਾਇਰੇ ਆਪੋ ਆਪਣੇ ਹਨ। ਮੁੰਡਿਆਂ ਦੀਆਂ ਧੱਕੜ ਖੇਡਾਂ ਲਈ ਲੋੜੀਂਦੇ ਖੁੱਲ੍ਹੇ ਸਥਾਨ ਅਤੇ ਖੇਡਣ ਵਿਧੀਆਂ ਉਹਨਾਂ ਦੀਆਂ ਸਰੀਰਕ ਤਾਕਤ ਦੇ ਨਾਲ ਸਮਾਜਿਕ ਸਥਿਤੀ ਨੂੰ ਸਪਸ਼ਟ ਕਰਦੀਆਂ ਹਨ। ਕੁੜੀਆਂ ਦੀਆਂ ਸੁਹਜ ਭਰਪੂਰ ਹਲਕੀਆਂ ਫੁਲਕੀਆਂ ਖੇਡਾਂ ਉਹਨਾਂ ਦੀ ਕਲਾਤਮਿਕ ਪ੍ਰਤਿਭਾ ਦੇ ਨਾਲ ਉਹਨਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਦਰਸਾਉਂਦੀਆਂ ਹਨ। ਗੁੱਡੀ ਪਟੋਲੇ, ਸਟਾਪੂ,
ਬੁੱਢੀ ਮਾਈ ਇਸ ਦੀ ਸ੍ਰੇਸ਼ਟ ਉਦਾਹਰਨਾਂ ਹਨ। ਕਹਿਣ ਤੋਂ ਭਾਵ ਹੈ ਕਿ ਲੋਕ ਖੇਡਾਂ ਦੀ ਸਿਰਜਣਾ ਸਮਾਜਿਕ ਕਿਰਿਆਵਾਂ ਵਿੱਚੋਂ ਹੀ ਹੁੰਦੀ ਹੈ, ਇਸੇ ਕਰਕੇ ਉਹ ਸੰਬੰਧਿਤ ਸਮਾਜ ਨੂੰ ਵੀ ਪ੍ਰਤੀਬਿੰਬਿਤ ਕਰਦੀਆਂ ਹਨ। ਸਮੇਂ ਪਰਿਵਰਤਨ ਨਾਲ ਬਹੁ ਗਿਣਤੀ ਵਿੱਚ ਪਰੰਪਰਾਗਤ ਲੋਕ ਖੇਡਾਂ ਖਤਮ ਹੋ ਚੁੱਕੀਆਂ ਹਨ। ਪੰਜਾਬ ਦੇ ਕੁਝ ਪੇਂਡੂ ਇਲਾਕਿਆਂ ਵਿੱਚ ਹੀ ਕੁਝ ਕੁ ਖੇਡਾਂ ਦੀ ਝਲਕ ਮਿਲਦੀ ਹੈ। ਇਸ ਦੇ ਕਈ ਕਾਰਨ ਹਨ। ਖੇਡਾਂ ਕਿਸੇ ਸਮੇਂ ਮਨਪਰਚਾਵੇ ਦਾ ਮੁੱਖ ਸਾਧਨ ਸਨ, ਪਰ ਅਜੋਕੇ ਸਮੇਂ ਵਿੱਚ ਰੇਡੀਓ, ਟੀਵੀ, ਕੰਪਿਊਟਰ ਆਦਿ ਤੋਂ ਇਲਾਵਾ ਹੋਰ ਕਈ ਕਿਸਮ ਦੇ ਨਵੀਨ ਸਾਧਨ ਮਨੁੱਖੀ ਮਨੋਰੰਜਨ ਲਈ ਮੌਜੂਦ ਹਨ। ਦੂਸਰਾ, ਅਜੋਕੀ ਰੁਝੇਵਿਆਂ ਭਰੀ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਨੇ ਮਨੁੱਖਾਂ ਵਿੱਚ ਭਾਈਚਾਰਕ ਸਾਂਝ ਦੀ ਥਾਂ ਵਿਅਕਤੀਵਾਦੀ ਰੁਚੀਆਂ ਪੈਦਾ ਕੀਤੀਆਂ ਹਨ। ਇਹ ਤੱਥਾਂ ਵੀ ਲੋਕ ਖੇਡਾਂ ਦੇ ਅਲੋਪ ਹੋਣ ਦਾ ਕਾਰਨ ਹਨ। ਅਜੋਕੇ ਸਮੇਂ ਵਿੱਚ ਮਿਲ ਕੇ ਖੇਡਣ ਦੀ ਉਮਰ 8-10 ਸਾਲ ਤੱਕ ਦੀ ਹੈ। ਇਸ ਤੋਂ ਉਪਰੰਤ ਬੱਚੇ ਲੋਕ ਖੇਡਾਂ ਨਹੀਂ ਖੇਡਦੇ। ਨਿੱਜੀ ਸ਼ੌਂਕ ਲਈ ਕੁਝ ਬੱਚੇ ਵਿਸ਼ਿਸ਼ਟ ਖੇਡਾਂ ਜਿਵੇਂ ਹਾਕੀ, ਫੁੱਟਬਾਲ, ਟੈਨਿਸ, ਕ੍ਰਿਕਟ ਆਦਿ ਵਿੱਚ ਭਾਗ ਲੈਂਦੇ ਹਨ। ਛੋਟੀ ਉਮਰ ਦੇ ਬੱਚਿਆਂ ਵਿੱਚ ਪਰੰਪਰਾਗਤ ਲੋਕ ਖੇਡਾਂ ਵਿੱਚੋਂ ਛੋਹਣ ਛੁਹਾਈ, ਲੋਕਣ ਮਿਚੀ, ਪਿੱਠੂ ਆਦਿ ਗਿਣਤੀ ਦੀਆਂ ਕੁਝ ਖੇਡਾਂ ਹੀ ਪ੍ਰਚਲਿਤ ਹਨ। ਬੱਚੇ ਸਕੂਲ ਵਿੱਚ ਸਿਖਾਈਆਂ ਜਾਂਦੀਆਂ ਅੰਗਰੇਜ਼ੀ, ਹਿੰਦੀ ਕਵਿਤਾਵਾਂ ਤੇ ਆਧਾਰਿਤ ਜੋ ਖੇਡਾਂ ਖੇਡਦੇ ਹਨ, ਉਹ ਬਣਤਰ, ਖੇਡ ਵਿਧੀ ਦੀ ਜਾਂ ਸ਼ਬਦਾਵਲੀ ਪੱਖੋਂ ਜ਼ਰੂਰ ਭਿੰਨ ਹਨ, ਪਰ ਇਹਨਾਂ ਵਿੱਚ ਪਰੰਪਰਾਗਤ ਖੇਡਾਂ ਦੇ ਕੁਝ ਅੰਸ਼ ਮਿਲਦੇ ਹਨ, ਜਿਵੇਂ ਹੋਸਟੋਲ ਦਾ ਕੁਕਿਜ਼ ਨਾਮੀ ਖੇਡ, ਬਿੱਲੀ ਮਾਸੀ ਅਤੇ ਮੈਂ ਆਪਣੀ ਗੁੜੀਆ ਕੋ ਗਿਣਤੀ ਸਿਖਾਉਂਗੀ, ਪੰਜਾਬੀ ਲੋਕ ਖੇਡ ਤੋਂ ਵੀ ਪੰਜਾਬੀ ਲੋਕ ਖੇਡ ਤੋਂ ਵੇ ਤੋਤੜਿਆ ਦਾ ਹੀ ਬਦਲਵਾਂ ਰੂਪ ਹੈ। ਹੂ ਸਟੋਲ ਦਾ ਕੁਕੀਜ਼ ਇਹ ਕਹਿੰਦੇ ਉਹਦਾ ਬਦਲਵਾਂ ਹੀ ਰੂਪ ਹੈ। ਕਹਿਣ ਤੋਂ ਭਾਵ ਹੈ ਕਿ ਤਕਨੀਕੀ ਅਤੇ ਪਦਾਰਥਕ ਹਾਲਤਾਂ ਦੇ ਬਦਲਣ ਨਾਲ ਲੋਕ ਖੇਡਾਂ ਦਾ ਮਹੱਤਵ ਜ਼ਰੂਰ ਘਟਿਆ ਹੈ, ਪਰ ਖੇਡ ਤਾਂ ਮਨੁੱਖ ਦੀ ਆਦ ਜੁਗਾਦ ਕਾਇਮ ਰਹਿਣ ਵਾਲੀ ਪ੍ਰਵਿਰਤੀ ਹੈ, ਜਿਸ ਦਾ ਸਰੂਪ ਬਦਲ ਸਕਦਾ ਹੈ, ਪਰ ਇਹ ਮਾਨਵੀ ਜ਼ਿੰਦਗੀ ਵਿੱਚੋਂ ਮਨਫੀ ਨਹੀਂ ਹੋ ਸਕਦਾ। ਸੋ ਵਿਦਿਆਰਥੀਓ, ਇਹ ਅੱਜ ਦਾ ਲੈਕਚਰ ਸੀਗਾ। ਇਸ ਲੈਕਚਰ ਦੇ ਵਿੱਚ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਹੈਗੀਆਂ ਉਹਨਾਂ ਦੀ ਡੈਫੀਨੇਸ਼ਨ ਪੁੱਛੀ ਜਾ ਸਕਦੀ, ਉਹਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ। ਤੁਸੀਂ ਇਸ ਲੈਕਚਰ ਨੂੰ ਧਿਆਨ ਨਾਲ ਸੁਣ ਲਓ। ਧਿਆਨ ਨਾਲ ਸੁਣਨ ਤੋਂ ਬਾਅਦ ਇਹਦੀ ਸਮਰੀ ਬਣਾਓ, ਇਹਦਾ ਵਿਸ਼ਾ ਵਸਤੂ ਲਿਖੋ ਔਰ ਤੁਸੀਂ ਮੋੜਵੇਂ ਰੂਪ ਦੇ ਵਿੱਚ ਸੈਂਡ ਕਰੋਗੇ, ਤਾਂ ਕਿ ਤੁਹਾਡੇ ਜਿਹੜੇ ਲੈਕਚਰ ਸੁਣਨ ਦੀ ਜਿਹੜੀ ਢੰਗ ਹੈਗਾ ਉਹਦਾ ਪਤਾ ਚੱਲ ਪਵੇ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਆਉਣ ਵਾਲੇ ਦਿਨਾਂ 'ਚ ਅਗਲਾ ਲੈਕਚਰ ਦੇਵਾਂਗੇ।